ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ, ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਦਰਸ਼ਕੋ, ਅੱਜ 1 ਜੁਲਾਈ ਹੈ। 1 ਜੁਲਾਈ 1745 ਨੂੰ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਜਾਮ ਪੀਤਾ। ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਸਾਡੀ ਹਰ ਰੋਜ਼ ਦੀ ਅਰਦਾਸ ਦੇ ਵਿੱਚ 3 ਵਾਰ ਯਾਦ ਕਰਦੇ ਹਾਂ। ਚਰਖੜੀਆਂ ਤੇ ਚੜੇ, ਖੋਪੜ ਲਹਾਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ। ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੇ ਸਿੱਖ ਪੰਥ ਦੇ ਉਸ ਮਹਾਨ ਸਿਧਾਂਤ ਨੂੰ ਪੋਟਾ-ਪੋਟਾ ਅਮਲ ਦੇ ਵਿੱਚ ਲਿਆਂਦਾ, ਜਿੱਥੇ ਆਪਾਂ ਸਿੱਖੀ ਕੇਸਾਂ ਸੁਆਸਾਂ ਦੀ ਸੰਗ ਨਿਭਾਉਣ ਦੀ ਗੱਲ ਕਰਦੇ ਹਾਂ। ਆਪਣੇ ਰੋਮਾਂ ਦੇ ਉੱਤੇ ਹੱਥ ਨਹੀਂ ਲੱਗਣ ਦਿੱਤਾ, ਪਰ ਆਪਣੀ ਸ਼ਹਾਦਤ ਦੇ ਦਿੱਤੀ। ਸਿੱਖੀ ਕੇਸਾਂ ਸੁਆਸਾਂ ਖਾਤਰ ਸ਼ਹਾਦਤ ਦੇ ਦਿੱਤੀ। ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਨੇ ਸਰਦਾਰ ਸੁਖਜੀਤ ਸਿੰਘ ਜੀ ਪਰਥ ਤੋਂ, ਜਿੱਥੇ ਅਸੀਂ ਸ਼ਹੀਦ ਭਾਈ ਤਾਰੂ ਸਿੰਘ ਜੀ ਹੋਰਾਂ ਨੂੰ ਯਾਦ ਕਰਾਂਗੇ। ਨਾਲ ਦੀ ਨਾਲ ਅਸੀਂ 18ਵੀਂ ਸਦੀ ਦੇ ਸਿੱਖ ਸਾਹਿਤ ਦੇ ਉੱਤੇ ਵੀ ਵਿਚਾਰ ਕਰਾਂਗੇ, ਭਾਵ ਕਿ 18ਵੀਂ ਸਦੀ ਦੇ ਨਾਲ ਸੰਬੰਧਿਤ ਜੋ ਵੀ ਕਿਤਾਬਾਂ ਮੌਜੂਦ ਨੇ ਸਾਡੇ ਕੋਲ, ਉਹਨਾਂ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ। 18ਵੀਂ ਸਦੀ ਦਾ ਇਤਿਹਾਸ ਹਰ ਇੱਕ ਸਿੱਖ ਨੌਜਵਾਨ ਨੂੰ ਪੜ੍ਹਨਾ ਚਾਹੀਦਾ ਹੈ। 18ਵੀਂ ਸਦੀ ਦੇ ਸਿੰਘਾਂ ਦੇ ਕਾਰਨਾਮੇ ਸਾਡੇ ਵਿੱਚ ਇੱਕ ਨਵੀਂ ਰੂਹ ਫੂਕਦੇ ਆ। ਉਮੀਦ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਧਿਆਨ ਨਾਲ ਦੇਖੋਗੇ ਅਤੇ ਆਪਣਾ ਫੀਡਬੈਕ ਵੀ ਜ਼ਰੂਰ ਦੇਵੋਗੇ। ਭਾਈ ਸੁਖਜੀਤ ਸਿੰਘ ਜੀ, ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਤੇਜ ਸਿੰਘ ਜੀ, ਸੋ ਅੱਜ 1 ਜੁਲਾਈ ਹੈ। ਅੱਜ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ 276 ਸਾਲ ਹੋ ਗਏ। ਭਾਈ ਸੁਖਜੀਤ ਸਿੰਘ ਜੀ, ਤੁਸੀਂ ਅੱਜ ਦੇ ਇਸ ਸ਼ਹਾਦਤ ਦੇ ਦਿਹਾੜੇ ਦੇ ਉੱਤੇ ਭਾਈ ਤਾਰੂ ਸਿੰਘ ਨੂੰ ਕਿਵੇਂ ਯਾਦ ਕਰਦੇ ਹੋ? ਹਾਂਜੀ ਗੁਰਤੇਜ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਆਪਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਅਰਦਾਸ ਦੇ ਵਿੱਚ 3 ਵਾਰ ਯਾਦ ਕਰਦੇ ਹਾਂ ਜੀ, ਤੇ ਅੱਜ ਉਹਨਾਂ ਦਾ 276ਵਾਂ ਸ਼ਹੀਦੀ ਦਿਹਾੜਾ ਵੀ ਹੈ ਜੀ, ਅਤੇ ਜਿਹੜੇ ਸ਼ਹੀਦ ਹੁੰਦੇ ਨੇ ਗੁਰਤੇਜ ਸਿੰਘ ਜੀ, ਇਹਨਾਂ ਦੇ ਜਿਹੜੇ ਬੋਲ ਹੁੰਦੇ ਨੇ ਉਹ ਪ੍ਰਤੱਖ ਹੁੰਦੇ ਨੇ। ਇਹਨਾਂ ਦੇ ਬੋਲਾਂ ਦੇ ਵਿੱਚ, ਇਹਨਾਂ ਦੀ ਜ਼ਬਾਨ ਦੇ ਉੱਪਰ ਅਕਾਲ ਪੁਰਖ ਦਾ ਵਾਸਾ ਹੁੰਦਾ ਹੈ। ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਤੇ ਇੱਕ ਗੱਲ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਪਤਾ ਲੱਗਦੀ ਆ ਕਿ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨੂੰ ਕਹਿੰਦਾ ਸੀ ਕਿ ਮੈਂ ਆਪਣੀ ਜੁੱਤੀ ਦੇ ਨਾਲ ਤੇਰੇ ਕੇਸ ਜਿਹੜੇ ਆ ਉਹ ਸਿਰ ਤੋਂ ਝਾੜ ਦਾਂਗਾ ਜੀ। ਪਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਬੋਲ ਸੀ ਕਿ ਤੈਨੂੰ ਤੇ ਮੈਂ ਆਪਣੀ ਜੁੱਤੀ ਦੇ ਅੱਗੇ ਲੈ ਕੇ ਜਾਵਾਂਗਾ ਜੀ। ਜ਼ਕਰੀਆ ਖਾਨ ਬਹਾਦਰ ਦੀ ਜਿਹੜੀ ਮੌਤ ਆ, ਉਹ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਿਹੜੀ ਆ, ਜਦੋਂ ਉਹਦੇ ਸਿਰ 'ਚ ਵੱਜਦੀ ਸੀ ਉਦੋਂ ਨਿਕਲੀ ਆ, ਜਿਹੜੀ ਉਹਦੀ ਮੌਤ ਹੁੰਦੀ ਆ। ਸੋ ਇਹ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਜਿੰਨੇ ਵੀ ਸਿੱਖ ਕੌਮ ਦੇ ਬਾਕੀ ਸ਼ਹੀਦ ਨੇ, ਇਹ ਉਹਨਾਂ ਦੇ ਬੋਲ ਨੇ ਜਿਹੜੇ, ਉਹਨਾਂ ਦੇ ਵਿੱਚ ਅਕਾਲ ਪੁਰਖ ਦਾ ਵਾਸਾ ਆ। ਇੱਥੋਂ ਹੀ ਸਾਨੂੰ ਜਿਹੜੀ ਇਹ ਗੱਲ ਸਮਝ ਲੱਗ ਜਾਂਦੀ ਆ ਤੇ ਉਹਨਾਂ ਦੇ ਬਾਰੇ। ਜੀ, ਜਦੋਂ ਆਪਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਬੋਲ ਪੜ੍ਹਦੇ ਹਾਂ, ਉਹ ਵੀ ਆਪਣੀਆਂ ਸਪੀਚਾਂ ਦੇ ਵਿੱਚ ਕਹਿੰਦੇ ਨੇ ਕਿ ਇੱਕ ਵਾਰ ਆਉਣ ਦਿਓ ਸਹੀ, ਉਹਨਾਂ ਨੂੰ ਟਰੱਕਾਂ ਦੇ ਟਰੱਕ ਭਰ ਕੇ ਤੋਰਾਂਗੇ ਉਹਨਾਂ ਦੀ। ਤੇ ਐਗਜ਼ੈਕਟਲੀ ਅਸੀਂ ਦੇਖਦੇ ਹਾਂ ਕਿ ਬਾਅਦ ਦੇ ਵਿੱਚ ਜੋ ਭਾਰਤ ਸਰਕਾਰ ਵੀ ਆਪਣੇ ਵਾਈਟ ਪੇਪਰ ਜਾਰੀ ਕਰਦੀ ਹੈ, ਜਾਂ ਫੌਜ ਦੇ ਆਫੀਸ਼ੀਅਲ ਜਾਂ ਅਨਆਫੀਸ਼ੀਅਲ ਅੰਕੜੇ ਬਾਹਰ ਆਉਂਦੇ ਨੇ ਕਿ ਵਾਕਈ ਉਹ ਜਿਹੜੇ ਧਾੜਵੀ ਚੜ੍ਹ ਕੇ ਆਏ, ਉਹਨਾਂ ਦੇ ਟਰੱਕਾਂ ਦੇ ਟਰੱਕ ਭਰ ਕੇ ਤੋਰੇ। ਜਦੋਂ ਸ਼ਹਾਦਤ ਦੇ ਨੇੜੇ ਹੁੰਦਾ ਹੈ, ਉਸ ਦੇ ਵਾਕਈ ਜੋ ਬੋਲ ਹੁੰਦੇ ਨੇ, ਉਹ ਇੱਕ ਬੋਲ ਆ ਜਿਹੜਾ ਉਹ ਰੱਬੀ ਪੈਗਾਮ ਹੁੰਦਾ ਹੈ। ਜੇ ਤਾਂ ਸਮੇਂ ਦਾ ਹਾਕਮ ਸਮਝ ਲਵੇ ਫਿਰ ਤਾਂ ਠੀਕ ਆ, ਨਹੀਂ ਉਹ ਉਸੇ ਹੀ, ਜੇ ਤਾਂ ਕੋਈ ਭੁੱਲ ਬਖਸ਼ਾ ਲਵੇ ਫਿਰ ਤਾਂ ਠੀਕ ਆ, ਨਹੀਂ ਸ਼ਹੀਦ ਦੇ ਜਿਹੜੇ ਬੋਲ ਨੇ ਉਹ ਇਨ ਬਿਨ ਸੱਚ ਹੋਣੇ ਹੁੰਦੇ ਆ, ਜਿਵੇਂ ਭਾਈ ਤਾਰੂ ਸਿੰਘ ਦੇ ਆਪਾਂ ਇਤਿਹਾਸ ਤੇ ਇਸ ਪੰਨੇ ਦੇ ਉੱਤੇ ਹੁੰਦੇ ਹੋਏ ਦੇਖਦੇ ਹਾਂ। ਹਾਂਜੀ ਬਿਲਕੁਲ ਗੁਰਤੇਜ ਸਿੰਘ ਜੀ। ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਬਾਰੇ ਸਾਨੂੰ ਸਾਡੇ ਪੁਰਾਤਨ ਸਰੋਤਾਂ ਦੇ ਵਿੱਚ ਇੱਕ ਗੱਲ ਮਿਲਦੀ ਹੈ, ਜਿਹੜੀ ਸਰਦਾਰ
ਰਤਨ ਸਿੰਘ ਭੰਗੂ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ ਕਿ ਜੋ ਮਾਝੇ में बस्त थे ਭਲੇ ਸਪੂਲੇ ਗ੍ਰਾਮ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ। ਤੇ ਉਹਨਾਂ ਦੇ ਜਿਹੜੇ ਹਠੀ ਵੀ ਆ, ਤਪੀ ਵੀ ਆ, ਸਤੀ ਵੀ ਆ, ਉਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਹਰ ਇੱਕ ਸਿੱਖ ਨੌਜਵਾਨ ਨੂੰ ਪੜ੍ਹਨਾ ਚਾਹੀਦਾ ਆ। ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਆ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਨਾਲ ਡਾਇਲੋਗ ਕਿਵੇਂ ਕਰਨੇ ਆ, ਹਕੂਮਤਾਂ ਦੇ ਨਾਲ ਮੱਥਾ ਕਿਵੇਂ ਲਾਉਣਾ ਆ, ਇਹ ਸਾਰੀਆਂ ਸੋਝੀ ਜਿਹੜੀ ਸਾਨੂੰ ਮਿਲਦੀ ਆ। ਅਸੀਂ ਸੇਵਾ ਕਿਵੇਂ ਕਰਨੀ ਆ, ਅਸੀਂ ਦਸਵੰਧ ਕਿਵੇਂ ਕੱਢਣਾ ਆ, ਸਾਡੇ ਘਰ ਦੇ ਹਾਲਾਤ ਜਿਹੜੇ ਨੇ ਉਹ ਕਿਵੇਂ ਦੇ ਹੋਣੇ ਚਾਹੀਦੇ ਨੇ, ਜਿੱਦਾਂ ਉਹਨਾਂ ਦੇ ਘਰ ਦੇ ਗੁਰਮਤ ਵਾਲੇ ਹਾਲਾਤ ਸੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ। ਅਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਆ, ਇਹ ਸਾਰੀਆਂ ਹੀ ਉਦਾਹਰਨਾਂ ਸਾਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਮਿਲਦੀਆਂ ਨੇ। ਜੀ ਬਿਲਕੁਲ ਦਰਸ਼ਕੋ, ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਅੱਜ ਅਸੀਂ ਇਸ ਗੱਲਬਾਤ ਦੇ ਵਿੱਚ 18ਵੀਂ ਸਦੀ ਦੇ ਬਾਰੇ ਜੋ ਸਿੱਖ ਸਾਹਿਤ ਹੈ ਉਸ ਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਸਾਡਾ ਇਹ ਮੰਨਣਾ ਹੈ ਕਿ 18ਵੀਂ ਸਦੀ ਦੇ ਸਿੱਖ ਸਾਹਿਤ ਨੂੰ ਜਾਂ 18ਵੀਂ ਸਦੀ ਦੇ ਬਾਰੇ ਜੋ ਸਿੱਖ ਇਤਿਹਾਸ ਲਿਖਿਆ ਗਿਆ ਹੈ, ਜੇਕਰ ਕੋਈ ਉਸ ਨੂੰ ਪਾਸੇ ਕਰਕੇ ਲੰਘਦਾ ਹੈ ਤੇ ਸਿੱਖ ਇਤਿਹਾਸ ਦੀ ਉਸ ਦੀ ਪੜ੍ਹਨੀ ਜਾਂ ਉਸ ਦੀ ਸਮਝ ਕਾਫੀ ਜ਼ਿਆਦਾ ਅਧੂਰੀ ਰਹਿ ਜਾਂਦੀ ਹੈ। ਸਤਿਗੁਰਾਂ ਨੇ ਜੋ ਸਰਬੱਤ ਦੇ ਭਲੇ ਦਾ ਨਾਅਰਾ ਦਿੱਤਾ ਸੀ, ਜੋ ਸਰਬੱਤ ਦੇ ਭਲੇ ਦੇ ਰਾਜ ਦਾ ਨਾਅਰਾ ਦਿੱਤਾ ਸੀ, ਉਸ ਦੇ ਅਮਲ ਦੀ ਨੀਂਹ 18ਵੀਂ ਸਦੀ ਦੇ ਵਿੱਚ ਹੀ ਟਿਕਦੀ ਹੈ, ਜਿਸ ਨੂੰ ਪ੍ਰਪੱਕ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ 19ਵੀਂ ਸਦੀ ਦੇ ਵਿੱਚ ਆ ਕੇ। 18ਵੀਂ ਸਦੀ ਦਾ ਇਤਿਹਾਸ ਸਿੰਘਾਂ ਦੀਆਂ ਅਣਖ ਦੀਆਂ ਜਿਹੜੀਆਂ ਆਪਾਂ ਕਹਦੇ ਕਿ ਗਵਾਹੀਆਂ ਨੇ ਉਸ ਦੇ ਨਾਲ ਭਰਿਆ ਪਿਆ ਹੈ। ਤੁਹਾਨੂੰ ਜਦੋਂ ਵੀ ਸਮਾਂ ਲੱਗੇ ਤੁਸੀਂ ਜ਼ਰੂਰ ਪੜ੍ਹਨਾ। ਅੱਜ ਜੋ ਅਸੀਂ ਤੁਹਾਡੇ ਨਾਲ ਕਿਤਾਬਾਂ ਦੀ ਸਾਂਝ ਪਾਵਾਂਗੇ 18ਵੀਂ ਸਦੀ ਦੇ ਬਾਰੇ, ਜਿਨ੍ਹਾਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਹੋਣਾ ਸੁਭਾਵਿਕ ਹੀ ਹੈ। ਜਿਹੜੀ ਵੀ ਕਿਤਾਬ 18ਵੀਂ ਸਦੀ ਦੇ ਬਾਰੇ ਆਊ ਉਹਦੇ ਵਿੱਚ ਭਾਈ ਤਾਰੂ ਸਿੰਘ ਦਾ ਜ਼ਿਕਰ ਖਾਸ ਤੌਰ ਦੇ ਉੱਤੇ ਹੋਊ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ। ਤੁਸੀਂ ਜ਼ਰੂਰ ਪੜ੍ਹਨਾ। ਸੋ ਸੁਖਜੀਤ ਸਿੰਘ ਜੀ, ਕਿੱਥੋਂ ਸ਼ੁਰੂ ਕਰ ਰਹੇ ਹੋ ਤੁਸੀਂ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਮੈਂ ਜਿਹੜਾ ਇੱਕ ਕਿਤਾਬ ਜਾਂ ਛੋਟਾ ਟਰੈਕਟ ਆ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਉੱਪਰ ਲਿਖਿਆ ਗਿਆ ਆ, ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਕੌਮ ਜਿਹੜਾ ਸਿੱਖ ਪੰਥ ਆ ਆਪਣਾ, ਉਦੋਂ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਸ਼ਤਾਬਦੀ ਮਨਾਈ ਆ, ਜਿਹੜਾ ਉਹਨਾਂ ਦਾ ਜਨਮ ਹੈ 300 ਸਾਲ ਪਹਿਲਾਂ ਮਨਾਇਆ ਹੋਇਆ ਸੀਗਾ। ਸੋ ਇਸ ਦੇ ਉੱਪਰ ਇੱਕ ਜਿਹੜਾ ਟਰੈਕਟ ਆ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਹਰਪ੍ਰੀਤ ਕੌਰ ਹੋਣਾ ਨੇ ਛਾਪਿਆ ਸੀਗਾ। ਇਸ ਟਰੈਕਟ ਦਾ ਮੈਂ ਜ਼ਿਕਰ ਖਾਸ ਕਰਕੇ ਇਸ ਕਰਕੇ ਵੀ ਕੀਤਾ ਆ ਕਿ ਇਸ ਟਰੈਕਟ, ਇਹ ਬਹੁਤ ਛੋਟਾ ਟਰੈਕਟ ਆ, ਪਰ ਇਹਦੇ ਵਿੱਚ ਬਹੁਤ ਸਾਰੀ ਮਿਹਨਤ ਅਤੇ ਖੋਜ ਦੇ ਨਾਲ ਇਹ ਟਰੈਕਟ ਜਿਹੜਾ ਸੀ ਤਿਆਰ ਕੀਤਾ ਗਿਆ ਸੀਗਾ। ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਹਰਪ੍ਰੀਤ ਕੌਰ ਪੁੱਲੇ ਪਿੰਡ ਜਾ ਕੇ ਸਾਰਾ ਦਿਨ ਉੱਥੇ ਰਹਿ ਕੇ ਤੇ ਭਾਈ ਤਾਰੂ ਸਿੰਘ ਜੀ ਦੇ ਉੱਪਰ ਖੋਜ ਕਰਕੇ ਲੈ ਕੇ ਆਏ ਸੀਗੇ। ਆਪਣੇ ਪੁਰਾਤਨ ਇਤਿਹਾਸਿਕ ਸਰੋਤਾਂ ਦੇ ਵਿੱਚ ਜੋ ਸਾਨੂੰ ਹਵਾਲੇ ਮਿਲਦੇ ਨੇ, ਹੂ ਉਹੀ ਨਕਸ਼ਾ ਅੱਜ ਵੀ ਪਿੰਡ ਦੇ ਵਿੱਚ ਜਿਹੜੀ ਉਹ ਝੜੀ ਆ, ਜਿੱਥੇ ਜੰਗਲ ਆ ਛੋਟਾ ਜਿਹਾ, ਜਿੱਥੇ ਸਿੰਘ ਆ ਕੇ ਰੁਕਦੇ ਹੁੰਦੇ ਸੀ, ਉਹ ਡਾਕਟਰ ਸਾਹਿਬ ਦੱਸਦੇ ਨੇ ਕਿ ਅੱਜ ਵੀ ਉਸੇ ਤਰ੍ਹਾਂ ਹੀ ਆ। ਪਿੰਡ ਦਾ ਜਿਹੜਾ ਮੁੱਖ ਇਤਿਹਾਸ ਆ ਉਹ ਵੀ ਖੋਜ ਕੀਤੀ ਆ। ਭਾਈ ਤਾਰੂ ਸਿੰਘ ਜੀ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਜਾ ਕੇ ਡਾਕਟਰ ਸਾਹਿਬ ਹੋਣਾ ਨੇ ਇੱਕ ਬਹੁਤ ਹੀ ਖੋਜ ਭਰਪੂਰ ਕਾਰਜ ਕਰਕੇ ਇਹ ਟਰੈਕਟ ਜਿਹੜਾ ਆ ਛਾਪਿਆ ਗਿਆ ਆ। ਇਹਦੇ ਵਿੱਚ ਪੁਰਾਤਨ ਇਤਿਹਾਸਿਕ ਸਰੋਤਾਂ ਦੀਆਂ ਵੀ ਕਾਫੀ ਗਵਾਹੀਆਂ ਮਿਲਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਰਤਨ ਸਿੰਘ ਭੰਗੂ ਅਤੇ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਆ। ਸੋ ਇਹ ਟਰੈਕਟ ਜਿਹੜਾ ਆ ਸਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਆ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਉੱਪਰ ਜੀ। ਇਹ ਤਾਂ ਹੋ ਗਿਆ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਉੱਤੇ ਖਾਸ ਜਿਹੜਾ ਛਪਿਆ, ਜਿਹਦੇ ਉੱਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਹੀ ਸਾਰੀ ਜੀਵਨੀ। ਅੱਗੇ ਹੁਣ ਆਪਾਂ ਵੱਧਦੇ ਹਾਂ 18ਵੀਂ ਸਦੀ ਦੀਆਂ ਕਿਤਾਬਾਂ ਦੇ ਬਾਰੇ, 18ਵੀਂ ਸਦੀ ਦੇ ਇਤਿਹਾਸ ਬਾਰੇ ਜੋ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਬਾਰੇ ਜੀ। ਪਹਿਲੀ ਕਿਹੜੀ ਕਿਤਾਬ ਤੁਸੀਂ ਸਾਂਝ ਪਾ ਰਹੇ ਹੋ ਸੁਖਜੀਤ? ਹਾਂਜੀ, ਇਹ ਜਿਹੜਾ 18ਵੀਂ ਸਦੀ ਦਾ ਸਾਡਾ ਇਤਿਹਾਸ ਆ ਉਹ ਸ਼ੁਰੂ ਹੁੰਦਾ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪੰਜਾਬ ਨੂੰ ਆਉਂਦੇ ਨੇ। ਉਸ ਤੋਂ ਪਹਿਲਾਂ ਜਿਹੜਾ ਇਤਿਹਾਸ ਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਹੜਾ ਆ ਉਹ ਗੁਰੂ ਕਾਲ ਜਿਹੜਾ ਉਹ ਮੰਨਿਆ ਜਾਂਦਾ ਆ। ਸੋ ਜਿਸ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਆਉਂਦੇ ਨੇ ਤੇ ਉਦੋਂ ਸਰਹੰਦ ਨੂੰ ਫਤਿਹ ਕਰਕੇ ਸਿੱਖ ਰਾਜ ਕਾਇਮ ਕਰਦੇ ਨੇ। ਉੱਥੋਂ ਸਾਡਾ ਜਿਹੜਾ 18ਵੀਂ ਸਦੀ ਦਾ ਉਹਨਾਂ ਦਾ ਜਿਹੜਾ ਇਤਿਹਾਸ ਆ ਉੱਥੋਂ ਸ਼ੁਰੂ ਹੁੰਦਾ ਆ। ਤੇ ਉਹਨਾਂ ਦੇ ਇਤਿਹਾਸ ਦੇ ਉੱਪਰ ਸਭ ਤੋਂ ਵੱਧ ਜਿਹੜੀ ਖੋਜ ਭਰਪੂਰ ਕਾਰਜ ਹੋਇਆ ਹੁਣ ਤੱਕ
ਉਹ ਹੈ ਜੀ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਡਾਕਟਰ ਗੰਡਾ ਸਿੰਘ ਜੀ ਵੱਲੋਂ ਲਿਖੀ ਗਈ। ਇਹਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਇਤਿਹਾਸਿਕ ਜਿਹੜੇ ਸਰੋਤ ਨੇ, ਖਾਸ ਕਰਕੇ ਜਿਹੜੇ ਫਾਰਸੀ ਦੇ ਸਰੋਤ ਨੇ, ਉਹਨਾਂ ਦਾ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਜਿਹੜਾ ਆ ਉਤਾਰਾ ਕੀਤਾ ਹੋਇਆ। ਸੋ ਇਹ ਕਿਤਾਬ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਜੀਵਨ ਦੇ ਉੱਪਰ ਬਹੁਤ ਹੀ ਇੱਕ ਅਹਿਮ ਕਿਤਾਬ ਹੈ, ਜਿਹੜੀ ਕਿ ਹਰ ਮਾਈ ਭਾਈ ਨੂੰ ਪੜ੍ਹਨੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਜਿਹੜੇ 740 ਸਿੰਘ ਸੀਗੇ, ਉਹਨਾਂ ਦੇ ਉੱਪਰ ਇੱਕ ਛੋਟਾ ਟਰੈਕਟ ਸਰਦਾਰ ਭੱਕਰ ਸਿੰਘ ਹੋਣਾ ਨੇ ਛਾਪਿਆ ਆ, ਢੱਡ ਵੱਜਦੀ ਗੁਰੂ ਦਰਬਾਰੇ। ਇਹ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣਾ ਦੇ ਉੱਪਰ ਕਾਫੀ ਖੋਜ ਕਰਕੇ ਉਹਨਾਂ ਨੇ ਜਿਹੜਾ ਇਹ ਛੋਟਾ ਟਰੈਕਟ ਛਾਪਿਆ ਆ। ਜਿਹੜੇ ਵੀਰ ਨਵੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਇਹ ਬਹੁਤ ਅਹਿਮ ਕਿਤਾਬ ਆ। ਬਹੁਤ ਇਹ ਛੋਟਾ ਜਿਹਾ ਟਰੈਕਟ ਆ, ਕੋਈ 60 ਕੁ ਪੇਜਾਂ ਦਾ ਆ, ਤੇ ਇਹ ਇੱਕ ਤੁਹਾਨੂੰ ਜਿਹੜੀ ਆ ਇਤਿਹਾਸ ਦੇ ਪ੍ਰਤੀ ਭੁੱਖ ਜਿਹੜੀ ਆ ਉਹ ਲੱਗ ਜਾਂਦੀ ਹੈ ਇਹ ਟਰੈਕਟ ਪੜ੍ਹ ਕੇ। ਤੋ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਪਰ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਨੇ ਵੀ ਕਾਫੀ ਸੋਹਣਾ ਜਿਹੜੀ ਆਪਣੀ ਕਿਤਾਬ ਆ ਉਹਨਾਂ ਦੀ, ਬਾਬਾ ਬੰਦਾ ਸਿੰਘ ਸ਼ਹੀਦ ਸੋਹਣ ਸਿੰਘ ਸ਼ੀਤਲ ਹੋਣਾ ਦੀ ਕਿਤਾਬ ਆ। ਇਹ ਵੀ ਇੱਕ ਬਹੁਤ ਸੋਹਣਾ ਕਾਰਜ ਜਿਹੜਾ ਆ ਉਹ ਹੈਗਾ ਆ। ਇਹ ਨੇ ਜੀ 3 ਕਿਤਾਬਾਂ ਜਿਹੜੀਆਂ ਸਾਡੇ ਕੋਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਪਰ ਨੇ। ਤੇ ਅੱਗੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਤਿਹਾਸ ਆ ਉਹ ਕਹਿੰਦੇ ਕਿ 18ਵੀਂ ਸਦੀ ਦੇ ਵਿੱਚ ਜੋ ਸਿੰਘਾਂ ਦੀਆਂ ਖੂਨੀ ਝੜਪਾਂ ਅੱਗੇ ਹੋਣੀਆਂ ਨੇ, ਪੂਰੀ ਸਦੀ ਦੇ ਅੱਧ ਤੱਕ 1762 ਤੋਂ ਬਾਅਦ ਤਾਂ ਤਕਰੀਬਨ ਆਪਾਂ ਕਹਿ ਦਈਏ ਕਿ ਅਬਦਾਲੀ ਦੀਆਂ ਪਦੀੜਾਂ ਪਵਾ ਕੇ ਤਕਰੀਬਨ ਸਿੰਘਾਂ ਦਾ ਹੀ ਬੋਲਬਾਲਾ ਰਿਹਾ 1849 ਤੱਕ ਇਸ ਇਲਾਕੇ ਦੇ ਵਿੱਚ। ਪਰ ਉਹ ਸਾਰੀਆਂ ਜਿਹੜੇ ਇੱਕ ਖੂਨੀ ਇਤਿਹਾਸ ਹੈ, ਜਿੱਥੇ ਸਿੰਘਾਂ ਦੀ ਜਿਹੜੀ ਪ੍ਰਚੰਡ ਅਣਖ ਦੇ ਸਾਨੂੰ ਦਰਸ਼ਨ ਹੁੰਦੇ ਨੇ, ਉਸ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਦੇ ਨਾਲ ਹੀ ਹੁੰਦੀ ਹੈ। ਬਿਲਕੁਲ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹਾਦਤ ਹੈ ਉਹ 1716 ਦੇ ਵਿੱਚ ਹੁੰਦੀ ਆ। ਉਸ ਤੋਂ ਬਾਅਦ ਵਿੱਚ ਸਿੱਖਾਂ ਦੇ ਉੱਪਰ ਹਕੂਮਤ ਦੇ ਬਹੁਤ ਜ਼ੁਲਮ ਢਾਏ ਜਾਂਦੇ ਨੇ। ਅਨੇਕਾਂ ਵਾਰ ਸਿੱਖਾਂ ਦਾ ਜਨਤਕ ਕਤਲੇਆਮ ਦਾ ਜਿਹੜਾ ਆ ਉਹ ਐਲਾਨ ਕੀਤਾ ਜਾਂਦਾ ਆ। ਪਰ ਇਸ ਸ਼ਹਾਦਤਾਂ ਦੇ ਦੌਰ ਦੇ ਵਿੱਚ ਵੀ ਸਿੱਖਾਂ ਨੇ ਚੜ੍ਹਦੀ ਕਲਾ ਦੀ ਜਿਹੜੀ ਹੈਗੀ ਆ ਆਪਣੀ ਸਪਿਰਿਟ ਦਿਖਾਈ ਆ। ਤੇ ਉਹਦੇ ਵਾਸਤੇ ਜਿਹੜਾ ਆ ਆਪਾਂ ਅਗਲੀ ਕਿਤਾਬ ਸਾਂਝੀ ਕਰਨ ਜਾ ਰਹੇ ਆ, ਉਹ ਹੈਗੀ ਆ ਬਾਬਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਵਿੱਚ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ। ਆਪਾਂ ਪੜ੍ਹਦੇ ਆ ਨਾ, ਸ਼ਹੀਦੋਂ ਕੀ ਸ਼ਹਾਦਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਕਹਿੰਦੇ ਨੇ ਜ਼ਿੰਦਗੀ ਨੂੰ। ਸੋ ਇਹ ਬਾਬਾ ਤਾਰਾ ਸਿੰਘ ਜੀ ਵਾਂ, ਇਹ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਅਣਗੌਲਿਆ ਹੀਰਾ ਆ 18ਵੀਂ ਸਦੀ ਦਾ। ਇਹਨਾਂ ਦੇ ਉੱਤੇ ਬਹੁਤ ਘੱਟ ਕੰਮ ਹੋਇਆ, ਪਰ ਸਵਰਨ ਸਿੰਘ ਹੋਣਾ ਦੀ, ਪ੍ਰਿੰਸੀਪਲ ਸਵਰਨ ਸਿੰਘ ਹੋਣਾ ਦੀ ਇਹ ਕਿਤਾਬ ਬਹੁਤ ਹੀ ਅਹਿਮ ਆ। ਪ੍ਰਿੰਸੀਪਲ ਸਵਰਨ ਸਿੰਘ ਜਿਹੜੇ ਨੇ ਇਹ ਫਾਰਸੀ ਦੇ ਸਭ ਤੋਂ ਵੱਡੇ ਵਿਦਵਾਨ ਨੇ ਇਸ ਵੇਲੇ ਪੰਜਾਬ ਦੇ ਵਿੱਚ, ਆਪਾਂ ਜੇ ਕਹਿ ਸਕਦੇ ਹਾਂ। ਤੇ ਉਹਨਾਂ ਨੇ ਇਹ ਬਹੁਤ ਸੋਹਣਾ ਕਾਰਜ ਆ ਜਿਹੜਾ ਹੈਗਾ ਆ ਬਾਬਾ ਤਾਰਾ ਸਿੰਘ ਜੀ ਵਾਂ ਦੇ ਉੱਪਰ। ਇਹਨਾਂ ਦੀ ਸ਼ਹਾਦਤ ਜਿਹੜੀ ਆ ਉਹ 1726 ਦੇ ਵਿੱਚ ਹੁੰਦੀ ਆ ਜੀ। ਇਸੇ ਤਰ੍ਹਾਂ ਬਾਬਾ ਤਾਰਾ ਸਿੰਘ ਵਾਂ ਦੀ ਇੱਕ ਉਹ ਘਟਨਾ ਸਮਝੀ ਜਾਂਦੀ ਹੈ ਜਿਸ ਨੇ ਕਿ ਸਿੱਖ ਇਤਿਹਾਸ ਨੂੰ, 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਸਿੰਘਾਂ ਦੀਆਂ ਜਿਹੜੀਆਂ ਝੜਪਾਂ ਸੀ ਮੁਗਲ ਸਰਕਾਰ ਦੇ ਨਾਲ, ਜਾਂ ਆਪਾਂ ਕਹੀਏ ਕਿ ਮੁਗਲਾਂ ਦੇ ਨਾਲ, ਉਹ ਇਸ ਤੋਂ ਬਾਅਦ ਬਹੁਤ ਜ਼ਿਆਦਾ ਵੱਧਦੀਆਂ ਨੇ। ਸਿੰਘ ਜਥੇਬੰਦਕ ਹੋਣਾ ਸ਼ੁਰੂ ਕਰ ਦਿੰਦੇ ਆ। ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਹੁੰਦੀ ਆ ਬਾਬਾ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ। ਤੇ ਹਾਂਜੀ, ਗੁਰਤੇਜ ਸਿੰਘ ਜੀ ਅਗਲੀ ਜਿਹੜੀ ਕਿਤਾਬ ਆ ਉਹ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉੱਪਰ ਆ, ਉਹ ਹੈਗੀ ਆ ਗੁਰਦਾਸ ਨੰਗਲ ਦੇ ਸ਼ਹੀਦ। ਮੈਂ ਇਹਦਾ ਜ਼ਿਕਰ ਕਰਨਾ ਭੁੱਲ ਗਿਆ। ਇਹ ਜਿਹੜੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਹੜਾ ਘੇਰਾ ਪੈਂਦਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ, ਉੱਥੇ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਇਹ ਗਿਆਨੀ ਤਰਲੋਕ ਸਿੰਘ ਹੋਣਾ ਦੀ ਕਿਤਾਬ। ਇਹ ਵੀ ਕਾਫੀ ਖੋਜ ਭਰਪੂਰ ਕਿਤਾਬ ਆ। ਤੇ ਇਸੇ ਤਰ੍ਹਾਂ ਇੱਕ ਮੁਸਲਮਾਨ ਲੇਖਕ ਹੋਏ ਨੇ ਮੁਹੰਮਦ ਕਾਸਿਮ ਔਰੰਗਾਬਾਦੀ। ਇਹ ਕਿਤਾਬ ਬਹੁਤ ਹੀ ਅਹਿਮ ਕਿਤਾਬ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਪਰ। ਸਰਦਾਰ ਡਾਕਟਰ ਬਲਵੰਤ ਸਿੰਘ ਢਿੱਲੋਂ ਹੋਣਾ ਨੇ ਇਹਦਾ ਫਾਰਸੀ ਦੇ ਵਿੱਚੋਂ ਜਿਹੜਾ ਆ ਇਹ ਪੰਜਾਬੀ ਦੇ ਵਿੱਚ ਉਤਾਰਾ ਕੀਤਾ ਆ। ਇਹਦੇ ਵਿੱਚ ਇਹ ਜਿਹੜੀ ਕਿਤਾਬ ਆ ਇਹ ਵੈਸੇ ਮੂਲ ਰੂਪ ਦੇ ਵਿੱਚ ਇਹ ਮੁਹੰਮਦ ਕਾਸਿਮ ਔਰੰਗਾਬਾਦੀ ਵੱਲੋਂ ਭੇਜੀ ਹੋਈ ਬਹਾਦਰ ਸ਼ਾਹ ਨੂੰ ਰਿਪੋਰਟ ਆ। ਇਹਦੇ ਵਿੱਚ ਉਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਫੌਜੀ ਪ੍ਰਬੰਧ ਅਤੇ ਉਹਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਸਾਰੀ ਜਿਹੜੀ ਖੋਜ ਕਰਕੇ ਜਿਹੜੀ ਰਿਪੋਰਟ ਭੇਜੀ ਸੀਗੀ। ਇਹਦੇ ਵਿੱਚੋਂ ਆਪਾਂ ਇੱਕ ਜਿਹੜੀ ਹੈਗੀ ਆ ਰਿਪੋਰਟ ਮੈਂ ਸਾਂਝੀ ਕਰਨਾ ਚਾਹੁੰਦਾ ਦਰਸ਼ਕਾਂ ਨਾਲ। ਉਹਨਾਂ ਨੇ 9 ਚੀਜ਼ਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਲਿਖੀਆਂ ਨੇ,
ਤੇ ਇੱਕ ਅਹਿਮ ਚੀਜ਼ ਉਹ ਲਿਖਦੇ ਨੇ, ਉਹ ਕਹਿੰਦੇ ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੀ ਫੌਜ ਦੇ ਨਾਲ ਦਿੱਲੀ ਤੇ ਧਾਵਾ ਬੋਲਦੇ ਤੇ ਉਹਨੂੰ ਸਿਰਫ ਰੱਬ ਹੀ ਡੱਕ ਸਕਦਾ ਆ, ਤੇ ਜਿਹੜੀ ਸਮੇਂ ਦੀ ਹਕੂਮਤ ਆ ਉਹਦੇ ਵੱਸੋਂ ਦੀ ਗੱਲ ਹੁਣ ਨਹੀਂ ਰਹੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਡੱਕਿਆ ਜਾ ਸਕੇ। ਤੋ ਇਹ ਇੱਕ ਫਾਰਸੀ ਦੇ ਵਿੱਚ ਸਰੋਤ ਸੀਗਾ ਜਿਹਨੂੰ ਪੰਜਾਬੀ ਦੇ ਵਿੱਚ ਉਤਾਰਾ ਕੀਤਾ ਗਿਆ ਆ ਜੀ। ਬਾਬਾ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਆ ਉਹ ਹੈਗਾ ਆ ਦੀਵਾਨ ਦਰਬਾਰਾ ਸਿੰਘ ਜੀ ਦਾ, ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਖਾਲਸਾ ਆ ਉਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀਗਾ। ਤੇ ਇਹ ਸਾਡੇ ਜਿਹੜੇ ਹੈਗੇ ਨੇ ਪਾਠਕ ਨੇ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਨੂੰ ਲੱਗਿਆ ਸੀ ਕਿ ਸਿੱਖਾਂ ਦਾ ਹੁਣ ਕੋਈ ਆਗੂ ਨਹੀਂ ਰਹਿ ਗਿਆ, ਪਰ ਸਿੱਖਾਂ ਨੇ ਆਪਣੀ ਇੰਨੀ ਚੜ੍ਹਦੀ ਕਲਾ ਦਿਖਾਈ ਕਿ 1733 ਦੇ ਵਿੱਚ ਹਕੂਮਤ ਨੂੰ ਜਿਹੜੀ ਸੀ ਉਹ ਨਵਾਬੀ ਪੇਸ਼ ਕਰਨੀ ਪਈ ਸੀ। ਸੋ ਉਹ ਜਿਹੜੀ ਨਵਾਬੀ ਆ ਉਹ ਕਿਵੇਂ ਆਈ ਸੀ, ਉਹ ਕਿਹੜੇ ਸਿੰਘਾਂ ਦੇ ਚਰਨਾਂ ਨੂੰ ਸੁਹਾ ਕੇ ਤੇ ਸਰਦਾਰ ਨਵਾਬ ਕਪੂਰ ਸਿੰਘ ਹੋਣਾ ਨੂੰ ਉਹ ਨਵਾਬੀ ਬਖਸ਼ੀ ਜਾਂਦੀ ਆ। ਉਹਨਾਂ ਵਿੱਚ 5 ਸਿੰਘ ਬੈਠੇ ਨੇ ਤੇ ਦੀਵਾਨ ਦਰਬਾਰਾ ਸਿੰਘ ਜੀ ਉੱਥੇ ਬੈਠੇ ਸੀਗੇ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ। ਸੋ ਇਹ ਹੈ ਨਵਾਬ ਕਪੂਰ ਸਿੰਘ ਦੀ ਜੀਵਨੀ ਆ ਜਿਹੜੀ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਲਿਖੀ ਆ। ਇਹ ਵੀ ਇੱਕ ਅਹਿਮ ਕਿਤਾਬ ਆ ਸਿੱਖ ਇਤਿਹਾਸ ਦੀ 18ਵੀਂ ਸਦੀ ਦੀ। ਇਹ ਨਵਾਬ ਕਪੂਰ ਸਿੰਘ ਜੀ ਨੂੰ 18ਵੀਂ ਸਦੀ ਦਾ ਜਿਹੜਾ ਕਹਿ ਸਕਦੇ ਹਾਂ ਵੀ ਆਪਾਂ ਮਿਸਲਾਂ ਅਤੇ ਦਲਾਂ ਦਾ ਬਾਨੀ ਵੀ ਕਿਹਾ ਜਾਂਦਾ ਹੈ। ਜਿਹੜੀਆਂ 12 ਮਿਸਲਾਂ ਹੋਂਦ ਵਿੱਚ ਆਈਆਂ ਨੇ ਉਹ ਨਵਾਬ ਕਪੂਰ ਸਿੰਘ ਜੀ ਦੀ ਹੀ ਦੇਣ ਆ। ਬਿਲਕੁਲ, ਜੇਕਰ ਆਪਾਂ 18ਵੀਂ ਸਦੀ ਦੇ ਵਿੱਚ ਕੁਝ ਮੁੱਖ ਸ਼ਖਸੀਅਤਾਂ ਦਾ ਜ਼ਿਕਰ ਕਰਨਾ ਹੋਵੇ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਬਾਬਾ ਆਬਾਦ ਸਿੰਘ ਜੀ ਜੀ, ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ, ਜੀ, ਸਰਦਾਰ ਦਰਬਾਰਾ ਸਿੰਘ ਜੀ, ਸਰਦਾਰ ਨਵਾਬ ਕਪੂਰ ਸਿੰਘ ਜੀ, ਜਿਨ੍ਹਾਂ ਤੋਂ ਫਿਰ ਜਿਹੜਾ ਸਿੰਘਾਂ ਦੇ ਆਪਾਂ ਕਹਿੰਦੇ ਜਿੱਥੇ ਆਪਾਂ ਸਿੰਘਾਂ ਦਾ ਜੰਗਲਾਂ ਦੇ ਵਿੱਚ ਰਹਿ ਕੇ ਪੱਤਿਆਂ ਦੇ ਉੱਤੇ ਘੋੜਿਆਂ ਦੀਆਂ ਕਾਠੀਆਂ ਤੇ ਸੌਣ ਦੀ ਜਿਹੜੀ ਗੱਲ ਕਰਦੇ ਹਾਂ ਉਹ ਸਮਾਂ ਨਵਾਬ ਕਪੂਰ ਸਿੰਘ ਜੀ ਦੇ ਸਮੇਂ ਹੀ ਸ਼ੁਰੂ ਹੁੰਦਾ ਹੈ। ਨਵਾਬ ਕਪੂਰ ਸਿੰਘ ਦੀ ਜਿਹੜੀ ਜੰਗ ਦੀ ਰਣਨੀਤੀ ਸੀ, ਜਦੋਂ ਤੁਸੀਂ ਇਹ ਕਿਤਾਬ ਪੜ੍ਹੋਗੇ ਉਹ ਇੰਨੀ ਬਾਕਮਾਲ ਸੀ ਕਿ ਤੁਸੀਂ ਆਸ਼ਸ਼ ਕਰ ਉੱਠੋਗੇ। ਅੱਗੇ ਨਵਾਬ ਕਪੂਰ ਸਿੰਘ ਜੀ ਦੇ ਹੱਥਾਂ ਦੇ ਵਿੱਚ ਹੀ ਪਲ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਹਰੀ ਸਿੰਘ ਭੰਗੀ, ਹੋਰ ਕਿੰਨੇ ਹੀ ਸਰਦਾਰ ਜਿਨ੍ਹਾਂ ਦੀਆਂ ਮਿਸਲਾਂ ਨੇ ਅੱਗੇ ਆ ਕੇ ਪੂਰੇ ਪੰਜਾਬ ਦੇ ਵਿੱਚ ਮੁਗਲਾਂ ਨੂੰ ਵਾਹਣੀ ਪਾਤਾ ਤੇ ਜਿਹੜੇ ਪਠਾਨ ਸੀਗੇ ਚੜ੍ਹ ਕੇ ਆਏ ਉਹਨਾਂ ਨੂੰ ਵੀ ਵਾਹਣੀ ਪਾਈ ਰੱਖਿਆ। ਉਹ ਸਾਰੀ ਜਿਹੜੀ ਸਰਦਾਰੀ ਕਾਇਮ ਕੀਤੀ ਉਹਦੇ ਉੱਤੇ ਪ੍ਰਭਾਵ ਨਵਾਬ ਕਪੂਰ ਸਿੰਘ ਹੋਰਾਂ ਦਾ ਸਪਸ਼ਟ ਸੀ। ਜੀ ਬਿਲਕੁਲ, ਇਹਨਾਂ ਦੇ ਬਾਰੇ ਇੱਕ ਅਹਿਮ ਗੱਲ ਮੈਂ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਨਾ ਭੁੱਲ ਗਿਆ। ਬਾਬਾ ਦੀਪ ਸਿੰਘ ਜੀ, ਹਾਂਜੀ, ਅੱਗੇ ਜਾ ਕੇ ਆਪਾਂ ਕਰ ਦੇਣਾ, ਕੋਈ ਗੱਲ ਨਹੀਂ। ਇਹਨਾਂ ਦੇ ਬਾਰੇ ਇੱਕ ਅਹਿਮ ਗੱਲ ਇਹ ਵੀ ਆ ਵੀ ਇਹਨਾਂ ਦਾ ਜਿਹੜਾ ਜਨਮ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੇ ਹੀ ਹੋ ਜਾਂਦਾ ਆ 1700 ਦੇ ਵਿੱਚ। ਤੇ ਇਹਨਾਂ ਦੇ ਪਿਤਾ ਸਰਦਾਰ ਦਲੀਪ ਸਿੰਘ ਵਿਰਕ ਜਿਹੜੇ ਨੇ ਉਹ ਗੁਰੂ ਘਰ ਦੇ ਸ਼ਰਧਾਲੂ ਸੀਗੇ ਤੇ ਉੱਥੋਂ ਹੀ ਨਵਾਬ ਕਪੂਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀਗਾ ਵੀ ਇਹ ਸਾਡਾ ਨਵਾਬ ਆ, ਜਿੱਥੋਂ ਇਹਨਾਂ ਨੂੰ ਬਾਅਦ ਵਿੱਚ ਜਾ ਕੇ ਜੀ ਨਵਾਬੀ ਮਿਲਦੀ ਆ। ਉਹ ਨਵਾਬੀ ਕਿੰਨਾ ਸ਼ਰਤਾਂ ਦੇ ਉੱਤੇ ਨਵਾਬ ਕਪੂਰ ਸਿੰਘ ਜੀ ਨੇ ਲਈ ਸੀ। ਹੁਣ ਕੀ ਹੁੰਦਾ ਆ ਵੀ ਜਦੋਂ ਸਟੇਟ ਕੋਈ ਅਹੁਦਾ ਦਿੰਦੀ ਆ ਆਪਣੀ ਸ਼ਰਤਾਂ ਮਨਾਉਂਦੀ ਆ। 18ਵੀਂ ਸਦੀ 'ਚ ਨਵਾਬ ਕਪੂਰ ਸਿੰਘ ਜੀ ਨਵਾਬੀ ਲੈ ਰਹੇ ਤੇ ਸ਼ਰਤਾਂ ਆਪਣੀਆਂ ਮਨਵਾ ਰਹੇ ਨੇ। ਇਹ ਇੱਕ ਬੜੀ ਅਹਿਮ ਗੱਲ ਆ। ਉਹ ਕਿਹੜੀਆਂ ਸ਼ਰਤਾਂ ਸੀਗੀਆਂ ਤੇ ਨਵਾਬੀ ਕਿਵੇਂ ਇਹਨਾਂ ਤੱਕ ਪਹੁੰਚਦੀ ਆ ਉਹ ਜ਼ਰੂਰ ਪੜ੍ਹਨਾ ਚਾਹੀਦਾ ਆ। ਆਪਾਂ ਮੇਰੇ ਖਿਆਲ ਨਾਲ ਬਹੁਤਾ ਜ਼ਿਆਦਾ ਕਿਤਾਬਾਂ ਦੇ ਬਾਰੇ ਵੇਰਵਾ ਨਾ ਦੱਸੀਏ ਵੀ ਆਪਾਂ ਪਾਠਕਾਂ ਨੂੰ ਭੁੱਖ ਵੀ ਲਾਈਏ ਵੀ ਅੰਦਰ ਕੀ ਆ ਤੇ ਫਿਰ ਉਹ ਪੜ੍ਹਨਗੇ। ਹਾਂਜੀ, ਆਪਾਂ ਗੁਰਤੇਜ ਸਿੰਘ ਜੀ ਅੱਗੇ ਚੱਲਦੇ ਹਾਂ। ਸੋ ਨਵਾਬੀ ਮਿਲਣ ਤੋਂ ਬਾਅਦ ਵਿੱਚ ਸਿੱਖ ਸੰਘਰਸ਼ ਜਿਹੜਾ ਆ ਉਹ ਜਾਰੀ ਰਹਿੰਦਾ ਆ ਤੇ ਸਟੇਟ ਨੂੰ ਸਮੇਂ-ਸਮੇਂ ਤੇ ਸਿੱਖ ਜਿਹੜੇ ਨੇ ਉਹ ਵੰਗਾਰਦੇ ਰਹੇ ਨੇ 18ਵੀਂ ਸਦੀ ਦੇ ਵਿੱਚ। ਇਸੇ ਤਰ੍ਹਾਂ 2 ਸਿੰਘਾਂ ਦੀ ਜਿਹੜੀ ਆ ਉਹ ਸਾਖੀ ਆਉਂਦੀ ਆ ਜਿਨ੍ਹਾਂ ਦੇ ਨਾਮ ਨੇ ਗਿਆਨੀ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ, ਜਿਨ੍ਹਾਂ ਨੇ ਅਮਰ ਸਿੰਘ ਨੇ ਲਿਖੀ ਕਿਤਾਬ। ਜੀ ਬਿਲਕੁਲ, ਇਹਨਾਂ ਨੇ ਟੈਕਸ ਲਾ ਕੇ ਚੁੰਗੀ ਲਾ ਕੇ ਸਟੇਟ ਨੂੰ ਇਹ ਦੱਸਤਾ ਸੀਗਾ ਕਿ ਸਿੱਖ ਹਜੇ ਖਤਮ ਨਹੀਂ ਹੋਏ ਜੀ। ਤੇ ਦੂਸਰੀ ਗੱਲ ਹੈ ਜਿਹੜੀ ਅਹਿਮ ਆ ਅੱਜ ਸਮਝਣ ਵਾਲੀ ਆ ਸਾਨੂੰ ਕਿ ਇਹ ਟੈਕਸ ਜਿਹੜਾ ਲਾਇਆ ਗਿਆ ਸੀਗਾ ਇਹ ਪੈਸਿਆਂ ਕਰਕੇ ਨਹੀਂ ਸੀ ਲਾਇਆ ਗਿਆ। ਇਹ ਸਟੇਟ ਨੂੰ ਇੱਕ ਸਿੱਧੀ ਵੰਗਾਰ ਸੀ, ਕਿਉਂਕਿ ਅੱਜ ਵੀ ਤੇ ਉਹਨਾਂ ਸਮਿਆਂ ਵਿੱਚ ਵੀ ਜਿਹੜੀ ਟੈਕਸ ਲਾਉਣ ਦੀ ਆਪਾਂ ਕਹਿ ਸਕਦੇ ਹਾਂ ਅਥਾਰਟੀ ਆ ਉਹ ਸਿਰਫ ਸੈਂਟਰ ਸਰਕਾਰ ਕੋਲ ਹੀ ਹੁੰਦੀ ਸੀਗੀ। ਤੇ ਇਹ ਇੱਕ ਕਲੀਅਰ ਮੈਸੇਜ ਸੀਗਾ ਉਸ ਸਮੇਂ ਦੀ ਹਕੂਮਤ ਨੂੰ
ਕਿ ਅਸੀਂ ਨਾ ਤੁਹਾਡੇ ਤੋਂ ਨੀਵੇਂ ਨਹੀਂ ਹੈਗੇ, ਅਸੀਂ ਜੀ। ਬਰਾਬਰ ਦੀ ਧਿਰ ਬਣ ਕੇ ਤੁਹਾਡੇ ਨਾਲ ਗੱਲ ਕਰਾਂਗੇ। ਸੋ ਹੂੰ। ਬਾਬਾ ਬੋਤਾ ਜੀ। ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਦਾ ਜਿਹੜਾ ਟੈਕਸ ਲਾਉਣ ਦੀ ਸਾਰੀ ਜਿਹੜੀ ਸਾਖੀ ਆ ਜਾਂ ਉਹਨਾਂ ਦੀ ਸ਼ਹਾਦਤ ਹੈ ਜਿਹੜੀ, ਉਹ ਇਸ ਕਿਤਾਬ ਦੇ ਵਿੱਚ ਸਾਨੂੰ ਜ਼ਰੂਰ ਜਿਹੜੀ ਆ ਉਹ ਪੜ੍ਹਨੀ ਚਾਹੀਦੀ ਆ। ਜੀ, ਬਿਲਕੁਲ। ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੀ ਜਿਹੜੀ ਇਹ ਟੈਕਸ ਲਾਉਣ ਦੀ ਗੱਲ ਆ, ਉਹਨੂੰ ਭਾਵੇਂ ਆਪਾਂ ਇੱਕ ਸਿੰਬੋਲਿਕ ਕਹਿ ਸਕਦੇ ਹਾਂ, ਪਰ ਉਹ ਸਿੰਬੋਲਿਕ ਦੇ ਨਾਲੋਂ ਜ਼ਿਆਦਾ ਸੀ, ਕਿਉਂਕਿ ਉਹਨਾਂ ਨੇ ਉੱਥੇ ਅਗਰਾਹਿਆ ਵੀ ਅਤੇ ਜਿਹੜੇ ਖਾਲਸਾਈ ਦਰਸ਼ਨ ਦਿਦਾਰੇ ਵੀ ਉਸ ਵਕਤ ਮੁਗਲਾਂ ਨੂੰ ਕਰਾਏ। ਤੇ ਸਟੇਟ ਦੇ ਲਈ ਇੱਦਾਂ ਦੀਆਂ ਘਟਨਾਵਾਂ ਬਹੁਤ ਵੱਡੀਆਂ ਚੈਲੰਜ ਹੁੰਦੀਆਂ ਨੇ। ਜਦੋਂ ਆਪਾਂ ਇੱਕ ਰਾਜ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਰਾਜ ਨੂੰ ਅਮਲ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਤੇ ਦੋ ਸਿੰਘਾਂ ਦੀਆਂ ਕੀਤੀਆਂ ਹੋਈਆਂ ਹੀ ਜਿਹੜੀਆਂ ਅਜਿਹੀਆਂ ਕਾਰਵਾਈਆਂ ਨੇ, ਉਹ ਸਟੇਟ ਨੂੰ ਕੰਬਾ ਕੇ ਰੱਖ ਦਿੰਦੀਆਂ ਨੇ। ਉਸ ਨੂੰ ਪੂਰੀ ਡਿਟੇਲ ਦੇ ਵਿੱਚ ਜਾਣਨ ਲਈ ਤੁਹਾਨੂੰ ਕਿਤਾਬ ਜ਼ਰੂਰ ਪੜ੍ਹਨੀ ਜੀ ਚਾਹੀਦੀ। ਬਿਲਕੁਲ। ਤੇ ਜਿਹੜੀ ਉਹ ਚਿੱਠੀ ਵੀ ਲਿਖਦੇ ਨੇ, ਚਿੱਠੀ ਲਿਖੇ ਸਿੰਘ ਬੋਤਾ ਰਾਹੇ ਖਲੋਤਾ, ਹੱਥ ਸੋਟਾ ਅੰਨਾ ਲਾਇਆ, ਗੱਡੇ ਨੂੰ ਪੈਸਾ ਲਾਇਆ ਖੋਤਾ, ਕਹਿਦੀ ਭਾਬੀ ਖਾਨੂ ਨੂੰ ਤਿਰਸੇ ਰਾਜ ਨਹੀਂ ਹੋਤਾ, ਤੇਰਾ ਅਕਬਰੀ ਘਰ ਹੈ ਖੋਟਾ। ਉਹਨਾਂ ਨੂੰ ਇਹ ਵੀ ਦੱਸਤਾ ਕਿ ਤੁਸੀਂ ਰਾਜ ਕਰਨ ਦੇ ਕਾਬਿਲ ਨਹੀਂ ਹੈਗੇ। ਤੇ ਦੂਸਰਾ ਜਿਹੜਾ ਸਟੇਟ ਦੇ ਨਾਲ ਡਾਇਲੋਗ ਨੇ ਜਾਂ ਸਟੇਟ ਦੇ ਨਾਲ ਜਿਹੜੀ ਗੱਲਬਾਤ ਆ, ਉਹ ਸਿੰਘਾਂ ਦਾ ਕਿਵੇਂ ਦੀ ਕਰਦੇ ਸੀਗੇ। ਤੇ ਅੱਜ ਦੇ ਸੰਦਰਭ 'ਚ ਸਾਨੂੰ 18ਵੀਂ ਸਦੀ ਦੇ ਇਤਿਹਾਸ ਤੋਂ ਇਹ ਬਹੁਤ ਜ਼ਿਆਦਾ ਸੇਧ ਲੈਣ ਦੀ ਲੋੜ ਆ, ਕਿਉਂਕਿ ਜਿਹੜੀ ਆਪਾਂ ਜੰਗ ਲੜਨੀ ਆ, ਉਹ ਲੜਨੀ ਕਾਹਦੀ ਆ, ਇਹਦਾ ਜਵਾਬ ਜਿਹੜਾ ਆ ਉਹ ਸਾਰਾ ਹੀ 18ਵੀਂ ਸਦੀ ਦਾ ਇਤਿਹਾਸ ਬਾਰ-ਬਾਰ ਸਾਨੂੰ ਯਾਦ ਕਰਾਉਂਦਾ ਆ ਕਿ ਅਸੀਂ ਜਿਹੜੀ ਆ ਸਰਵਾਈਵਲ ਦੀ ਜੰਗ ਨਹੀਂ ਲੜਨੀ, ਅਸੀਂ ਸਥਾਪਨਾ ਦੀ ਜੰਗ ਲੜਨੀ ਆ। ਕਿਉਂਕਿ ਸਰਵਾਈਵਲ ਦੀ ਜੰਗ, ਜੇ 18ਵੀਂ ਸਦੀ ਦੇ ਸਿੱਖ ਸਰਵਾਈਵਲ ਦੀ ਜੰਗ ਹੁੰਦੀ ਜਾਂ ਸਰਵਾਈਵਲ ਦੀ ਗੱਲ ਹੁੰਦੀ, ਤੇ ਉਹ ਮੁਸਲਮਾਨ ਬਣ ਕੇ ਸਰਵਾਈਵ ਕਰ ਸਕਦੇ ਸੀ। ਜੀ। ਪਰ ਉਹਨਾਂ ਨੇ ਸਥਾਪਨਾ ਦੀ ਜੰਗ ਲੜੀ ਆ। ਜਿਹੜਾ ਰਾਜ ਖਾਲਸੇ ਨੇ 40-50 ਸਾਲ ਕੀਤਾ ਆ, ਉਹ 18ਵੀਂ ਸਦੀ ਦੇ ਸਿੰਘਾਂ ਦੀਆਂ ਹੀ ਕੁਰਬਾਨੀਆਂ ਦੀ ਦੇਣ ਆ। ਜੀ। ਸੋ ਗੁਰਤੇਜ ਸਿੰਘ ਜੀ, ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਾਂ ਦੋ ਹੋਰ ਸਿੰਘਾਂ ਦਾ ਜ਼ਿਕਰ ਕਰਾਂਗੇ। ਮੱਸੇ ਰੰਗੜ ਨੂੰ ਕਰਨੀ ਦਾ ਫਲ, ਜਿਹੜੇ ਦੋ ਸਿੰਘਾਂ ਦੀ ਸਾਖੀ ਆਉਂਦੀ ਆ, ਬਾਬਾ ਮਹਿਤਾਬ ਸਿੰਘ ਜੀ ਮੀਰਕੋਟ ਅਤੇ ਬਾਬਾ ਸੁੱਖਾ ਸਿੰਘ ਜੀ। ਜੀ। ਮਹਿਤਾਬ ਸਿੰਘ ਮੀਰਕੋਟ ਤੇ ਬਾਬਾ ਸੁੱਖਾ ਸਿੰਘ ਦੀ ਜਿਹੜੀ ਇਹ ਸਾਖੀ ਆ, ਇਹ ਬੜੀ ਪ੍ਰਚਲਿਤ ਸਾਖੀ ਆ, ਪਰ ਆਪਣੇ ਕੋਲ ਜਿਹੜਾ ਇਤਿਹਾਸ ਪਹੁੰਚਿਆ ਆ, ਉਹ ਲਗਭਗ ਕਾਫੀ ਅਧੂਰਾ ਇਤਿਹਾਸ ਪਹੁੰਚਿਆ ਆ। ਪਰ ਇਸ ਕਿਤਾਬ ਦੇ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਹੋਣਾ ਨੇ ਬਹੁਤ ਹੀ ਖੋਜ ਕਰਕੇ ਇਹਨਾਂ ਦੇ ਉੱਪਰ ਜਿਹੜਾ ਆ ਇਹ ਕਾਰਜ ਕੀਤਾ ਆ। ਆਪਾਂ ਅਕਸਰ ਕਹਿ ਦਿੰਦੇ ਆ, ਮੱਸੇ ਰੰਗੜ ਦਾ ਸਿਰ ਵੱਢ ਕੇ ਸਿੰਘ ਲੈ ਗਏ ਅਤੇ ਦਰਬਾਰ ਸਾਹਿਬ ਦੇ ਬੇਅਦਬੀ ਦੀ ਬਦਲਾ ਲਿਆ। ਪਰ ਸਰਦਾਰ ਸਵਰਨ ਸਿੰਘ ਹੋਣਾ ਨੇ ਇੱਕ ਗੱਲ ਸਾਡੇ ਸਾਹਮਣੇ ਇਸ ਕਿਤਾਬ ਦੇ ਨਾਮ ਤੋਂ ਸਾਨੂੰ ਸਮਝ ਲੱਗਦੀ ਆ, ਮੱਸੇ ਰੰਗੜ ਨੂੰ ਕਰਨੀ ਦਾ ਫਲ। ਕਿਉਂਕਿ ਜਿਹੜਾ ਖਾਲਸਾ ਆ, ਉਹ ਬਦਲੇ ਦੀ ਭਾਵਨਾ ਕਦੇ ਨਹੀਂ ਰੱਖਦਾ, ਉਹ ਕਰਨੀ ਦਾ ਫਲ ਦਿੰਦਾ ਆ। ਬਦਲੇ ਦਾ ਭਾਵ ਹੁੰਦਾ, ਗੁਰਤੇਜ ਸਿੰਘ ਜੀ, ਮੱਸੇ ਰੰਗੜ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਤੇ ਆਪਾਂ ਕਿਸੇ ਮਸਜਿਦ ਦੀ ਬੇਅਦਬੀ ਕਰ ਦਈਏ, ਇਹ ਹੈ ਬਦਲਾ। ਪਰ ਮੱਸੇ ਰੰਗੜ ਦਾ ਸਿਰ ਵੱਢ ਕੇ ਤੇ ਜਥੇਦਾਰ ਦੇ ਚਰਨਾਂ ਦੇ ਵਿੱਚ ਜਾ ਕੇ ਰੱਖ ਦੇਣਾ, ਇਹ ਸੀ ਉਹਨੂੰ ਕਰਨੀ ਦਾ ਫਲ। ਇੱਥੇ ਇੱਕ ਅਹਿਮ ਗੱਲ ਹੋ ਰਿਹਾ ਕਿ ਉੱਥੇ ਜਿਹੜੇ ਬਾਕੀ ਉਹਦੇ ਜਿਹੜੇ ਸੇਵਕ ਸੀਗੇ ਜਾਂ ਉਹਦੀ ਜਿਹੜੀ ਬੇਗਮ ਸੀਗੀ, ਉਹਨੂੰ ਕੁਛ ਨਹੀਂ ਸੀ ਕਿਹਾ ਸਿੰਘਾਂ ਨੇ, ਸਿਰਫ ਮੱਸੇ ਰੰਗੜ ਨੂੰ ਹੀ ਕਰਨੀ ਦਾ ਫਲ ਜਿਹੜਾ ਸੀ ਉਹ ਭੁਗਤਾਇਆ ਸੀਗਾ। ਸੋ ਇਹ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜਦੋਂ ਅਸੀਂ ਸਿੰਘਾਂ ਦਾ ਇਤਿਹਾਸ ਪੇਸ਼ ਕਰਨਾ ਆ, ਕਿ ਅਸੀਂ ਉਹਨਾਂ ਨੂੰ ਪੇਸ਼ ਕਿਸ ਰੂਪ 'ਚ ਕਰਨਾ ਆ। ਕਿਤੇ ਅਸੀਂ ਉਹਨਾਂ ਦਾ ਸਤਿਕਾਰ ਤੇ ਨਹੀਂ ਘਟਾ ਰਹੇ ਜਾਂ ਉਹਨਾਂ ਦੀ ਸੋਚ ਨੂੰ ਛੋਟਿਆਂ ਕਰਕੇ ਤੇ ਨਹੀਂ ਦਿਖਾ ਰਹੇ। ਤੇ ਇਹ ਜ਼ਰੂਰ ਸਾਨੂੰ ਇਹ ਕਿਤਾਬਾਂ ਜਿਹੜੀਆਂ ਨੇ ਉਹ ਪੜ੍ਹਨੀ ਚਾਹੀਦੀ ਹੈ। ਜੀ ਹਾਂਜੀ ਗੁਰਤੇਜ ਸਿੰਘ ਜੀ, ਆਪਾਂ ਅੱਗੇ ਚੱਲਦੇ ਹਾਂ। ਤੇ ਅੱਗੇ ਦੀ ਜਿਹੜੀ ਕਿਤਾਬ ਹੈ ਉਹ ਵੀ ਪ੍ਰਿੰਸੀਪਲ ਸਵਰਨ ਸਿੰਘ ਹੋਣਾ ਦੀ ਆ, ਪਹਿਲਾ ਘੱਲੂਘਾਰਾ। ਜੀ, ਹੁਣ ਤੱਕ ਆਪਣੇ ਤੇ ਜਿਹੜੇ ਨੇ ਉਹ 3 ਘੱਲੂਘਾਰੇ ਸਟੇਟ ਵੱਲੋਂ ਕੀਤੇ ਗਏ ਨੇ। ਤੇ ਜਿਹੜਾ ਪਹਿਲਾ ਘੱਲੂਘਾਰਾ ਸੀਗਾ ਉਹ 18ਵੀਂ ਸਦੀ ਦੇ ਵਿੱਚ 1746 ਦੇ ਵਿੱਚ ਹੁੰਦਾ ਆ। ਇਸ ਘੱਲੂਘਾਰੇ ਦੀ ਜਿਹੜੀ ਤੰਦ ਆ, ਉਹ ਕਿੱਥੇ ਜੁੜਦੀ ਹੈ ਜਾ ਕੇ, ਉਹ ਕੌਣ ਲੋਕ ਸੀਗੇ ਜਿਨ੍ਹਾਂ ਨੇ ਇਹ ਘੱਲੂਘਾਰਾ ਕਰਵਾਇਆ ਸੀਗਾ। ਤੇ ਜਦੋਂ ਅਸੀਂ ਇਹ ਕਿਤਾਬ ਪੜ੍ਹਾਂਗੇ, ਉਹ ਉਹੀ ਵਿਪਰ ਆ ਜਿਹੜਾ 20ਵੀਂ ਸਦੀ ਦੇ ਵਿੱਚ ਜੂਨ 1984 ਦੇ ਵਿੱਚ ਤੇ ਨਵੰਬਰ 1984 ਚ ਸਿੱਖਾਂ ਦੇ ਉੱਪਰ ਕਤਲੇਆਮ ਕਰ ਰਿਹਾ ਜਾਂ ਘੱਲੂਘਾਰਾ ਵਪਾਰ ਰਿਹਾ। ਇਸ ਘੱਲੂਘਾਰੇ ਦੇ ਵਿੱਚ ਵੀ ਤੁਹਾਨੂੰ ਉਹੀ ਵਿਪਰ ਨਜ਼ਰ ਆਏਗਾ। ਇਹ ਪਹਿਲਾ ਘੱਲੂਘਾਰਾ ਵੀ ਸਵਰਨ ਸਿੰਘ ਹੋਣਾ ਦੀ ਕਿਤਾਬ ਆ, ਜਿਹੜਾ 1746 ਦੇ ਵਿੱਚ ਹੋਇਆ ਸੀਗਾ। ਜੀ, ਇਹ ਬਹੁਤ ਸ਼ਾਨਦਾਰ ਕਿਤਾਬ ਆ ਜੀ। ਸਰਦਾਰ ਸਵਰਨ ਸਿੰਘ ਹੋਰਾਂ ਦੀਆਂ ਸਾਰੀਆਂ ਹੀ ਕਿਤਾਬਾਂ
ਖਾਸ ਕਰ 18ਵੀਂ ਸਦੀ ਦੇ ਬਾਰੇ ਬਹੁਤ ਕਮਾਲ ਨੇ। ਤੁਹਾਨੂੰ ਜਿੱਥੇ ਵੀ ਮੌਕਾ ਲੱਗੇ ਜ਼ਰੂਰ ਪੜ੍ਹਨੀ ਚਾਹੀਦੀ ਜੀ। ਬਿਲਕੁਲ। ਸੋ ਜਦੋਂ ਇਹ ਗੁਰਤੇਜ ਸਿੰਘ ਜੀ ਘੱਲੂਘਾਰੇ ਵਾਪਰ ਰਹੇ ਨੇ, ਸਿੱਖਾਂ ਦਾ ਜਨਤਕ ਤੌਰ ਤੇ ਕਤਲੇਆਮ ਹੋ ਰਿਹਾ ਆ, ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸਿੱਖਾਂ ਦਾ ਜਥੇਬੰਦਕ ਢਾਂਚਾ ਆ ਜਾਂ ਜਿਹੜਾ ਜਥੇਬੰਦਕ ਰੂਪ ਸਾਹਮਣੇ ਆਉਂਦਾ ਆ, ਉਹ ਬਹੁਤ ਅਹਿਮ ਆ, ਉਹ ਬੜਾ ਬਾਕਮਾਲ ਆ ਕਿ ਨਵਾਬ ਕਪੂਰ ਸਿੰਘ ਜੀ ਵੱਲੋਂ ਖਾਲਸੇ ਨੂੰ ਤਰਨਾ ਦਲ ਅਤੇ ਬੁੱਢਾ ਦਲ ਦੇ ਵਿੱਚ ਵੰਡਣਾ, ਫਿਰ ਉਸ ਤੋਂ ਬਾਅਦ ਜਿਹੜੀਆਂ ਮਿਸਲਾਂ ਹੋਂਦ ਵਿੱਚ ਆਉਣੀਆਂ। ਤੋ ਜਿਹੜੇ ਮਿਸਲਾਂ ਦੇ ਸਰਦਾਰ ਸੀਗੇ ਉਹ ਕੋਈ ਨਿੱਜੀ ਜਗੀਰਦਾਰ ਨਹੀਂ ਸੀਗੇ, ਉਹ ਆਪਣੀ ਬਹਾਦਰੀ, ਆਪਣੀ ਸੂਰਮਗਤੀ ਤੇ ਆਪਣੇ ਸਿੱਖੀ ਦੇ ਜਿਹੜਾ ਉਹ ਪ੍ਰਤੱਖ ਸੀਗੇ ਸਿੱਖੀ ਦੇ ਵਿੱਚ, ਆਪਣੀ ਕਾਬਲੀਅਤ ਦੇ ਸਿਰ ਤੇ ਉਹ ਜਿਹੜੇ ਨੇ ਮਿਸਲਾਂ ਦੇ ਸਰਦਾਰ ਬਣਦੇ ਨੇ। ਸੋ ਅਗਲੀ ਜਿਹੜੀ ਕਿਤਾਬ ਆ ਉਹ ਹੈ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ। ਇਹ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਨੇ ਲਿਖੀ ਆ ਕਿਤਾਬ। ਇਹਦੇ ਵਿੱਚ ਮਿਸਲਾਂ ਦੇ ਸੰਖੇਪ ਇਤਿਹਾਸ ਵੀ ਹੈਗਾ ਆ ਜਿਹੜਾ ਆਪਾਂ ਪੜ੍ਹ ਸਕਦੇ ਹਾਂ। ਤੇ ਇਹ ਮਿਸਲਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀਗਾ ਉਹ ਸਾਰੀਆਂ ਮਿਸਲਾਂ ਦਾ ਆਪੋ ਆਪਣਾ ਸੀਗਾ। ਉਦਾਹਰਣ ਦੇ ਤੌਰ ਤੇ ਜਿਹੜੀ ਨਿਸ਼ਾਨ ਵਾਲੀਆ ਮਿਸਲ ਸੀਗੀ, ਉਹ ਨਿਸ਼ਾਨ ਸਾਹਿਬ ਦੀ ਰਾਖੀ ਕਰਨੀ ਅਤੇ ਨਿਸ਼ਾਨ ਸਾਹਿਬ ਨੂੰ ਨੀਵਾਂ ਨਾ ਹੋਣ ਦੇਣਾ, ਜਿਹੜਾ ਕਿ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਉਹਨਾਂ ਦਾ ਮੁੱਖ ਕਾਰਜ ਉਹੀ ਹੁੰਦਾ ਸੀਗਾ। ਸ਼ੁਕਰ ਚੱਕੀਆ ਮਿਸਲ ਜਿਹੜੀ ਸੀਗੀ ਉਹ ਸਭ ਤੋਂ ਅੱਗੇ ਹੋ ਕੇ ਲੜਦੀ ਹੁੰਦੀ ਸੀ। ਇਸੇ ਤਰ੍ਹਾਂ ਆਲੂ ਵਾਲੀਆ ਮਿਸਲ ਸੀਗੀ, ਉਹ ਬੜੀਆਂ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਅੱਜ ਫੌਜ ਦਾ ਇੱਕ ਦਸਤਾ ਹੁੰਦਾ ਨਾ ਫਰੰਟ ਤੇ ਲੜਨ ਵਾਲਾ, ਇਹ ਉਹ ਮਿਸਲਾਂ ਸੀਗੀਆਂ। ਸੋ ਇਹ ਮਿਸਲਾਂ ਦੇ ਉੱਪਰ ਬਹੁਤ ਹੀ ਸੋਹਣੀ ਕਿਤਾਬ ਆ, ਇਹਦੇ ਵਿੱਚ ਕਾਫੀ ਭਰਪੂਰ ਜਾਣਕਾਰੀ ਆ, ਇਹ ਜ਼ਰੂਰ ਜਿਹੜੀ ਪੜ੍ਹਨੀ ਚਾਹੀਦੀ ਆ। ਤੇ ਇਸ ਦੇ ਵਿੱਚ 12ਵੀਂ ਮਿਸਲ ਫੁਲਕੀਆਂ ਨੂੰ ਵੀ ਸ਼ਾਮਲ ਕੀਤਾ ਗਿਆ, ਪਰ ਨਾਲ ਦੇ ਨਾਲ ਸਪਸ਼ਟਤਾ ਵੀ ਇਹਦੇ ਵਿੱਚ ਦਿੱਤੀ ਗਈ ਆ ਜੀ ਕਿ ਉਹ ਦਲ ਖਾਲਸਾ ਦੇ ਨਾਲ ਉਸ ਤਰ੍ਹਾਂ ਨਹੀਂ ਸੀ ਚੱਲਦੀ, ਨਹੀਂ ਸੀ ਵਿਚਰਦੀ, ਬਿਲਕੁਲ ਜੀ। ਬਾਕੀ ਦੀਆਂ 11 ਮਿਸਲਾਂ ਚੱਲਦੀਆਂ ਸੀ। ਪਰ ਬਹੁਤ ਹੀ ਡਿਟੇਲ ਦੇ ਵਿੱਚ ਕਿਤਾਬ ਆ ਸਿੱਖ ਮਿਸਲਾਂ ਦੇ ਬਾਰੇ। ਕਈ ਵਾਰ ਸਾਡੇ ਮਨ ਦੇ ਵਿੱਚ ਖਿਆਲ ਵੀ ਆ ਜਾਂਦਾ ਕਿ ਮਿਸਲਾਂ ਨੇ ਬਾਅਦ ਦੇ ਵਿੱਚ ਕਿਹਦਾ ਘਰਾਣਾ ਕਿੱਥੇ ਟਿਕ ਗਿਆ ਜਾਂ ਕਿਹਨੇ ਕਿਹੋ ਜਿਹਾ ਬਾਅਦ ਦੇ ਵਿੱਚ ਜਿਹੜਾ ਸਿਧਾਂਤਕ ਅਮਲ ਲਿਆਂਦਾ। ਉਸ ਦੇ ਲਈ ਬਹੁਤ ਹੀ ਸੋਹਣੀ ਕਿਤਾਬ ਆ, ਤੁਹਾਨੂੰ ਇਹ ਪੜ੍ਹਨੀ ਚਾਹੀਦੀ ਆ ਮਿਸਲਾਂ ਦੇ ਬਾਰੇ। ਹਾਂਜੀ, ਹੁਣ ਆਪਾਂ ਜ਼ਿਕਰ ਕਰਦੇ ਹਾਂ 18ਵੀਂ ਸਦੀ ਦੇ ਕੁਝ ਜਰਨੈਲਾਂ ਦਾ, ਜਿਨ੍ਹਾਂ ਨੇ ਉਸ ਵਿਖੜੇ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕੀਤੀ ਤੇ ਜਿਹੜਾ ਆ ਸਿੱਖਾਂ ਨੂੰ ਰਾਜ ਕਰਨ ਦੇ ਜਿਹੜਾ ਸੀਗਾ ਉਹ ਕਾਬਲ ਬਣਾਇਆ। ਸੋ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਬਾਬਾ ਦੀਪ ਸਿੰਘ ਜੀ ਸ਼ਹੀਦ। ਇਹ ਕਿਤਾਬ ਦੇ ਵਿੱਚ ਇਹ ਕਿਤਾਬ ਦੀ ਅਹਿਮ ਗੱਲ ਆ ਕਿ ਇਸ ਕਿਤਾਬ ਦੇ ਵਿੱਚ ਜਿੰਨਾ ਵੀ ਹੁਣ ਤੱਕ ਬਾਬਾ ਦੀਪ ਸਿੰਘ ਜੀ ਦੇ ਉੱਪਰ ਕੰਮ ਹੋਇਆ ਆ, ਚਾਹੇ ਉਹ ਕਾਵਿ ਰੂਪ ਆ, ਚਾਹੇ ਉਹ ਸਾਖੀ ਦਾ ਰੂਪ ਆ, ਉਹ ਸਾਰਾ ਇੱਕ ਕਿਤਾਬ ਦੇ ਵਿੱਚ ਡਾਕਟਰ ਰਾਏ ਜਸਬੀਰ ਸਿੰਘ ਹੋਣਾ ਨੇ ਦਰਜ ਕਰਤਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ 1786 ਦੇ ਕਰੀਬ ਜਾਂ 87 ਦੇ ਕਰੀਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ ਸੀਗੇ ਤੇ ਆਪਣੇ ਪਿਤਾ ਅਤੇ ਮਾਤਾ ਜੀ ਨੂੰ ਇਹਨਾਂ ਨੂੰ ਵਾਪਸ ਘੱਲਤਾ ਸੀਗਾ ਤੇ ਆਪ ਉੱਥੇ ਰਹਿ ਪਏ ਸੀਗੇ 1687 ਦੇ ਕਰੀਬ, ਮਾਫ ਕਰਨਾ, ਹਾਂਜੀ 1687 ਦੇ ਵਿੱਚ। ਸੋ ਉਸ ਤੋਂ ਬਾਅਦ ਵਿੱਚ ਬਾਬਾ ਦੀਪ ਸਿੰਘ ਜੀ ਕਿਵੇਂ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ, ਸਰਹੰਦ ਦੇ ਵਿੱਚ ਕਿਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮੋਢਾ ਲਾ ਕੇ ਸਰਹੰਦ ਫਤਿਹ ਕਰਦੇ ਨੇ ਤੇ ਬਾਅਦ ਵਿੱਚ ਦਲ ਪੰਥ ਵਿੱਚ ਵਿਚਰ ਕੇ ਕਿਵੇਂ ਸ਼ਹਾਦਤਾਂ ਪਾਉਂਦੇ ਨੇ ਤੇ ਕਲਮ ਦੇ ਨਾਲ ਜਿਹੜੀ ਉਹਨਾਂ ਦੀ ਸੇਵਾ ਆ। 4 ਗ੍ਰੰਥ ਉਹਨਾਂ ਨੇ ਹੱਥੀਂ ਜਿਹੜੇ ਨੇ ਉਹ ਲਿਖੇ ਨੇ ਤੇ ਇਹ ਵੀ ਮੰਨਿਆ ਜਾਂਦਾ ਆ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜਿਹੜਾ ਸੀਗਾ ਉਹ ਕੰਠ ਸੀਗਾ। ਸੋ ਦੂਸਰੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਆ, ਉਸ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਸੇਵਾ ਨਿਭਾਈ ਆ ਦਮਦਮਾ ਸਾਹਿਬ ਦੇ ਵਿੱਚ। ਸੋ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਆ। ਉਹਨਾਂ ਦਾ ਸਾਰਾ ਹੀ ਜੀਵਨ ਜਿਹੜਾ ਹੈ ਇਹਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਦੱਸਿਆ ਗਿਆ ਆ ਜੀ। ਅੱਗੇ ਆਪਾਂ ਚੱਲਦੇ ਹਾਂ ਜੀ। ਜਦੋਂ ਕਦੇ ਵੀ ਸਿੱਖ ਰਾਜ ਦੀ ਗੱਲ ਚੱਲਦੀ ਆ ਜਾਂ ਦਿੱਲੀ ਦੇ ਲਾਲ ਕਿਲ੍ਹੇ ਦੀ ਗੱਲ ਆਉਂਦੀ ਆ ਜਾਂ ਲਾਲ ਕਿਲ੍ਹੇ ਤੇ ਝੰਡਾ ਚੜਾਉਣ ਦੀ ਗੱਲ ਆਉਂਦੀ ਆ, ਸੋ ਇੱਕ ਕਿਰਦਾਰ ਜਿਹੜਾ ਆ ਉਹ ਬਹੁਤ ਸਾਨੂੰ ਯਾਦ ਆਉਂਦਾ ਆ ਬਾਰ-ਬਾਰ। ਸੋ ਉਹਨਾਂ ਦਾ ਨਾਮ ਹੈ ਜੀ ਬਾਬਾ ਬਘੇਲ ਸਿੰਘ ਜੀ, ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ 19 ਵਾਰ ਦਿੱਲੀ ਫਤਿਹ ਕੀਤੀ ਆ ਤੇ ਇਹ ਉਹਨਾਂ ਦੇ ਉੱਪਰ ਬਹੁਤ ਸੋਹਣੀ ਕਿਤਾਬ ਆ। ਇਹ ਵੀ ਖਾਲਸੇ ਦਾ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜੀ। ਇਹ ਕਿਤਾਬ ਵੀ ਜ਼ਰੂਰ ਪੜ੍ਹਨੀ ਚਾਹੀਦੀ ਆ। ਇਹ ਸਾਨੂੰ ਸਾਡਾ ਦਿੱਲੀ ਦੇ ਉੱਤੇ ਜਿਹੜਾ ਲਾਲ ਕਿਲ੍ਹੇ ਦੇ ਉੱਤੇ ਝੰਡਾ ਸੀਗਾ ਚੜਿਆ ਸੀਗਾ, ਉਹਨੂੰ ਬਾਰ-ਬਾਰ ਇਹ ਕਿਤਾਬ ਯਾਦ ਕਰਾਉਂਦੀ ਆ। ਇਹ ਕੌਣ ਸੀਗੇ ਜਰਨੈਲ, ਇਹਨਾਂ ਦਾ ਪਰਿਵਾਰਕ ਪਿਛੋਕੜ ਕੀ ਸੀ, ਕਿਵੇਂ ਇਹ ਸਿੱਖੀ ਦੇ ਵਿੱਚ ਆਏ ਨੇ, ਸੋ ਕਿਹੜੀ ਤਰੀਕ ਨੂੰ ਇਹਨਾਂ ਨੇ ਦਿੱਲੀ ਫਤਿਹ ਕੀਤੀ ਆ, ਇਹ ਸਾਰਾ ਜਿਹੜਾ ਆ ਉਹ
ਇਸ ਕਿਤਾਬ ਦੇ ਵਿੱਚ ਇਹ ਜਿਹੜਾ ਆ ਉਹ ਦਰਜ ਆ। ਤੇ ਇੱਕ ਗੱਲ ਬੜੀ ਅਹਿਮ ਆ, ਦਿੱਲੀ ਫਤਿਹ ਕਰਨ ਤੋਂ ਬਾਅਦ ਵਿੱਚ ਇਹਨਾਂ ਨੇ ਰਾਜ ਭਾਗ ਦੀ ਜਗ੍ਹਾ ਆਪਣੇ ਧਰਮ ਨੂੰ ਅਹਿਮੀਅਤ ਦਿੱਤੀ ਆ। ਜੀ ਭਾਵੇਂ ਜਿਹੜਾ ਰਾਜ ਆ ਉਹ ਧਰਮ ਦਾ ਹੀ ਹਿੱਸਾ ਆ, ਹੂੰ ਪਰ ਉੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅਤੇ ਬਾਕੀ ਗੁਰੂ ਸਾਹਿਬਾਂ ਨਾਲ ਸੰਬੰਧਿਤ ਸਥਾਨ ਸੀਗੇ, ਉਹ ਗੁਰਦੁਆਰਿਆਂ ਦੀ ਸੇਵਾ ਕਰਵਾਈ। ਜਿਹੜਾ 37% ਟੈਕਸ ਲਾਇਆ ਸੀਗਾ ਉਹਦੇ ਵਿੱਚੋਂ ਇਹਨਾਂ ਨੇ ਆਪਣੀ ਜੇਬ ਦੇ ਵਿੱਚ ਨਹੀਂ ਪਾਇਆ, ਉਹ ਸਗੋਂ ਗੁਰੂ ਘਰ ਦੇ ਜਿਹੜਾ ਸੀਗਾ, ਗੁਰੂ ਘਰਾਂ ਦੀ ਜਿਹੜੇ ਆਪਾਂ ਪੜ੍ਹਦੇ ਨਾ ਅਰਦਾਸ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਵਿੱਚ ਬਾਬਾ ਬਘੇਲ ਸਿੰਘ ਜੀ ਵੀ ਜਿਹੜਾ ਹੈਗਾ ਨਾਮ ਉਹਨਾਂ ਦਾ ਵੀ ਦਰਜ ਆ। ਤੇ ਇਹ ਬਾਬਾ ਬਘੇਲ ਸਿੰਘ ਜੀ ਉਹ ਖੁਸ਼ ਨਸੀਬ ਸ਼ਖਸੀਅਤ ਨੇ ਜਿਹੜੇ ਖਾਲਸਾ ਰਾਜ 1799 ਦੇ ਵਿੱਚ ਜਦੋਂ ਬਣ ਜਾਂਦਾ ਆ, ਇਹ 1802 ਤੱਕ ਜਿਹੜੇ ਨੇ ਉਹ ਰਹੇ ਨੇ। ਸੋ ਇਹਨਾਂ ਨੇ ਉਸ ਖਾਲਸਾ ਰਾਜ ਦੇ ਵੀ ਦਰਸ਼ਨ ਕੀਤੇ ਨੇ ਬਾਬਾ ਬਘੇਲ ਸਿੰਘ ਜੀ ਨੇ। ਸੋ ਅੱਗੇ ਆਪਾਂ ਚੱਲਦੇ ਹਾਂ ਜੀ। ਕਿਤਾਬ ਹੈਗੀ ਆ, ਬਹੁਤ ਹੀ ਪ੍ਰਸਿੱਧ ਆਪਣੇ ਇਤਿਹਾਸਕਾਰ ਹੋਏ ਨੇ 20ਵੀਂ ਸਦੀ ਦੇ, ਕਰਮ ਸਿੰਘ ਜੀ ਹਿਸਟੋਰੀਅਨ। ਕਿਤਾਬ ਦਾ ਨਾਮ ਹੈ ਬਾਬਾ ਆਲਾ ਸਿੰਘ, ਅਤੇ ਇਹ 18ਵੀਂ ਸਦੀ ਦਾ ਇੱਕ ਕੰਟਰੋਵਰਸ਼ੀਅਲ ਕਰੈਕਟਰ ਵੀ ਆਪਾਂ ਕਹਿ ਸਕਦੇ ਹਾਂ। ਪਰ ਅਨੇਕਾਂ ਵਾਰ ਇਹਨਾਂ ਨੇ ਗੁਰੂ ਖਾਲਸਾ ਪੰਥ ਤੋਂ ਆਪਣੀ ਜਿਹੜੀਆਂ ਭੁੱਲਾਂ ਵੀ ਬਖਸ਼ਾਈਆਂ ਨੇ ਤੇ ਗਲਤੀਆਂ ਵੀ ਹੋਈਆਂ ਹੋਣਗੀਆਂ, ਪਰ ਇਹ ਕਿਤਾਬ ਵੀ ਹੋਣਗੀਆਂ ਨਹੀਂ ਆਪਾਂ ਕਹਦੇ ਕਿ ਹੋਈਆਂ ਗਲਤੀਆਂ, ਹਾਂਜੀ ਹੋਈਆਂ। ਤੇ ਇਹ ਕਿਤਾਬ ਵੀ ਪੜ੍ਹਨੀ ਚਾਹੀਦੀ ਆ। ਉੱਥੋਂ ਪਤਾ ਲੱਗਦਾ ਆ ਕਿ ਖਾਲਸਾ ਕਿਵੇਂ ਬਖਸ਼ਣਹਾਰ ਆ। ਇਹਦੇ ਵਿੱਚ ਖਾਲਸੇ ਦਾ ਕਿਰਦਾਰ ਜਿਹੜਾ ਆ ਉਹ ਬਹੁਤ ਉੱਚਾ ਆ। ਜਦੋਂ ਵੀ ਬਾਬਾ ਆਲਾ ਸਿੰਘ ਜਿਹੜੇ ਵੀ ਕੋਈ ਗਲਤੀ ਕਰਦਾ ਸੀਗਾ, ਉਹ ਖਾਲਸਾ ਨੂੰ ਕਿਵੇਂ ਵਿਚਰਦਾ ਸੀਗਾ। ਅੱਜ ਵੀ ਕਿਉਂਕਿ ਇਹ ਜਿਹੜੇ ਕਿਰਦਾਰ ਨੇ ਇਹ ਸਦਾ ਰਹਿਣੇ ਆ, ਇਹਨਾਂ ਦਾ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ਇਹ ਕਿਤਾਬ ਇਸ ਸੰਦਰਭ ਚ ਵੀ ਪੜ੍ਹਨੀ ਚਾਹੀਦੀ ਆ, ਕਰਮ ਸਿੰਘ ਹਿਸਟੋਰੀਅਨ ਦੀ। ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਰਾਜਨੀਤਿਕ ਕਵਾਇਦ ਆ ਉਹ ਵੀ ਆਪਾਂ ਕਹਦੇ ਕਿ ਬਾਬਾ ਆਲਾ ਸਿੰਘ ਦੇ ਨੇੜੇ ਤੇੜੇ ਚੱਲਦੀ ਆ। ਪਰ ਬਾਬਾ ਆਲਾ ਸਿੰਘ ਖਾਲਸੇ ਦੇ ਜਦੋਂ ਚਰਨੀ ਆ ਜਾਂਦੇ ਸੀ ਤੇ ਉਹ ਉਸੇ ਦੇ ਹੋ ਕੇ ਰਹਿੰਦੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 84 ਦੇ ਨੇੜੇ ਤੇੜੇ ਦੇ ਸਾਲਾਂ ਦੇ ਵਿੱਚ ਚੀਜ਼ ਦਿਖਾਈ, ਪਰ ਹੁਣ ਉਹ ਤਕਰੀਬਨ ਪੂਰੇ ਹੀ ਸਥਾਪਤੀ ਦੇ ਨਾਲ ਮਿਲ ਕੇ ਚੱਲਦੇ ਨੇ। ਤੇ ਉਲਟਾ ਜਦੋਂ ਕੋਈ ਖਾਲਸਾਈ ਨੁਕਤਾ ਨਿਗਾਹ ਤੋਂ ਗੱਲ ਹੁੰਦੀ ਆ ਤੇ ਉਹਨੂੰ ਬੜੇ ਭੱਦੇ ਤਰੀਕੇ ਦੇ ਨਾਲ ਉਹਦਾ ਹੀ ਵਿਆਖਿਆ ਕਰਦੇ ਨੇ। ਹਾਂਜੀ ਗੁਰਤੇਜ ਸਿੰਘ ਜੀ, ਅਗਲੀ ਜਿਹੜੀ ਕਿਤਾਬ ਆ ਉਹ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ, ਕੇਹਰ ਸਿੰਘ ਮਠਾਰੂ ਹੋਣਾ ਦੀ ਲਿਖੀ ਇਹ ਕਿਤਾਬ ਆ। ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਨੇ ਇਹ ਰਾਮਗੜੀਆ ਮਿਸਲ ਦੇ ਮੁਖੀ ਸੀਗੇ ਅਤੇ 5 ਪਿਆਰਿਆਂ ਸਾਹਿਬਾਨਾਂ ਦੀ ਸੇਵਾ ਵੀ ਨਿਭਾਉਂਦੇ ਰਹੇ ਨੇ। ਇਹਨਾਂ ਦੇ ਵੱਡੇ ਵਡੇਰੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਜਿਹੜਾ ਸੀਗਾ ਸੇਵਾਵਾਂ ਗੁਰੂ ਘਰ ਦੀਆਂ ਕਰਦੇ ਰਹੇ ਨੇ। ਇਹਨਾਂ ਦੇ ਦਾਦਾ ਸਰਦਾਰ ਹਰਦਿਆਲ ਸਿੰਘ, ਉਹਨਾਂ ਨੇ ਹੀ ਜਿਹੜੀ ਨਾਗਣੀ ਬਾਬਾ ਬਚਿੱਤਰ ਸਿੰਘ ਜੀ ਨੇ ਮਾਰੀ ਸੀਗੀ ਹਾਥੀ ਦੇ, ਉਹ ਉਹਨਾਂ ਦੇ ਹੱਥਾਂ ਦੀ ਬਣੀ ਹੋਈ ਨਾਗਣੀ ਆ। ਇਹ ਜਿਹੜਾ ਰਾਮਗੜੀਆ ਪਰਿਵਾਰ ਸੀਗਾ ਇਹ ਗੁਰੂ ਘਰ ਦੇ ਵਿੱਚ ਨਾਲ ਬਹੁਤ ਜ਼ਿਆਦਾ ਪ੍ਰੇਮ ਰੱਖਦਾ ਸੀ, ਬਹੁਤ ਜ਼ਿਆਦਾ ਸ਼ਰਧਾ ਰੱਖਦਾ ਸੀਗਾ। ਉੱਥੋਂ ਜਿਹੜਾ ਆ ਜੱਸਾ ਸਿੰਘ ਰਾਮਗੜੀਆ ਹੋਣਾ ਨੂੰ ਜਿਹੜਾ ਆ ਰਾਜ ਭਾਗ ਦੀ ਬਖਸ਼ਿਸ਼ ਹੁੰਦੀ ਆ। ਗੁਰਤੇਜ ਸਿੰਘ ਜੀ ਅਗਲੇ ਸਾਲ, ਮਾਫ ਕਰਨਾ, 1723 ਦੇ ਵਿੱਚ ਜੱਸਾ ਸਿੰਘ ਰਾਮਗੜੀਆ ਹੋਣਾ ਦਾ ਜਨਮ ਹੁੰਦਾ ਆ ਤੇ 2023 ਦੇ ਵਿੱਚ ਇਹਨਾਂ ਦਾ 300 ਸਾਲਾ ਆ ਰਿਹਾ ਆ। ਸੋ ਇਹ ਕਿਤਾਬ ਇਸ ਕਰਕੇ ਵੀ ਪੜ੍ਹਨੀ ਚਾਹੀਦੀ ਆ ਕਿ 2023 ਦੇ ਵਿੱਚ ਅਸੀਂ ਜਿਹੜਾ ਆ ਜੱਸਾ ਸਿੰਘ ਰਾਮਗੜੀਏ ਦਾ ਜੀਵਨ ਆ, ਜਿਹੜਾ ਉਹਨਾਂ ਦਾ ਸਾਰਾ ਸੰਘਰਸ਼ ਆ, ਜਾਂ ਦਿੱਲੀ ਫਤਿਹ ਕਰਨ ਵਾਲੀ ਜਿਹੜੀ ਸਾਖੀ ਆ ਉਹ 'ਚ ਜੱਸਾ ਸਿੰਘ ਰਾਮਗੜੀਏ ਦਾ ਅਹਿਮ ਰੋਲ ਸੀਗਾ, ਉਹਨੂੰ ਅਸੀਂ ਦੁਨੀਆ ਸਾਹਮਣੇ ਕਿਵੇਂ ਰੱਖਣਾ ਆ। ਸਿੱਖ ਰਾਜ ਦੀ ਜਾਂ ਸਿੱਖ ਰਾਜ ਦਾ ਜਿਹੜਾ ਸੰਕਲਪ ਆ ਉਹਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ ਆ। ਇਹ ਇਹਨਾਂ ਦੀਆਂ ਮਹਾਂਪੁਰਸ਼ਾਂ ਦੀਆਂ ਸ਼ਤਾਬਦੀਆਂ ਦੇ ਵਿੱਚ ਬਹੁਤ ਇੱਕ ਵਧੀਆ ਤਰੀਕੇ ਨਾਲ ਆਪਾਂ ਆਪਣੀ ਗੱਲ ਜਿਹੜੀ ਆ ਉਹ ਰੱਖ ਸਕਦੇ ਹਾਂ। ਸੋ ਇਹ ਤਾਂ ਹੀ ਹੋ ਸਕਦਾ ਜੇ ਆਪਾਂ ਉਹਨਾਂ ਦਾ ਜੀਵਨ ਜਿਹੜਾ ਆ ਉਹ ਪੜ੍ਹਿਆ ਹੋਵੇਗਾ। ਤੇ ਸੋ ਇਹ ਜੱਸਾ ਸਿੰਘ ਰਾਮਗੜੀਆ ਜੀ ਹੋਣਾ ਦਾ ਉੱਪਰ ਜਿਹੜੀ ਇਹ ਕਿਤਾਬ ਆ। ਸੋ ਅਗਲੀ ਜਿਹੜੀ ਕਿਤਾਬ ਆ ਗੁਰਤੇਜ ਸਿੰਘ ਜੀ ਉਹ ਹੈ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਜਿਹੜੀ ਇਹ ਕਿਤਾਬ ਆ ਇਹ ਸੁਮਿਤ ਧਮੀਜਾ ਵੱਲੋਂ ਲਿਖੀ ਗਈ ਆ, ਪਰ ਸਾਡੇ ਕੋਲ ਡਾਕਟਰ ਗੰਡਾ ਸਿੰਘ ਜੀ ਵਾਲੀ ਕਿਤਾਬ ਨਾ ਹੋਣ ਕਰਕੇ ਅਸੀਂ ਇਸ ਕਿਤਾਬ ਦੇ ਦਰਸ਼ਨ ਕਰਾ ਰਹੇ ਹਾਂ। ਪਰ ਜਿਹੜੀ ਸਰੋਤਿਆਂ ਨੂੰ ਕਿਤਾਬ ਪੜ੍ਹਨ ਦੀ ਅਸੀਂ ਸਲਾਹ ਦੇਵਾਂਗੇ ਉਹ ਜਿਹੜੀ ਡਾਕਟਰ ਗੰਡਾ ਸਿੰਘ ਜੀ ਵੱਲੋਂ ਲਿਖੀ ਗਈ ਆ। ਜੱਸਾ ਸਿੰਘ ਆਹਲੂਵਾਲੀਆ ਦੇ ਉੱਪਰ ਹੀ ਉਹਨਾਂ ਦੀ ਜੀਵਨੀ ਆ। ਜੱਸਾ ਸਿੰਘ ਆਹਲੂਵਾਲੀਆ ਦੀ 1718 ਦੇ ਵਿੱਚ ਜਿਹੜਾ ਆ ਉਹ ਜਨਮ ਹੁੰਦਾ ਆ ਤੇ 2018 ਦੇ ਵਿੱਚ ਕੌਮ ਨੇ ਇਹਨਾਂ ਦਾ 300 ਸਾਲਾ ਜਿਹੜਾ ਉਹ ਮਨਾਇਆ ਸੀਗਾ। ਪਰ ਜੋ
ਕੁਝ ਉਣਤਾਈਆਂ ਰਹਿ ਗਈਆਂ ਸੀਗੀਆਂ। ਸਾਡੇ ਕੋਲ 2 ਸਾਲ ਦਾ ਸਮਾਂ ਹੈਗਾ ਆ, ਅਸੀਂ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਜਿਹੜਾ 300 ਸਾਲਾ ਆ ਉਹਦੇ ਉੱਤੇ ਉਹ ਪੂਰੀਆਂ ਕਰ ਸਕਦੇ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਸੀਗੇ, ਤੇ ਦੋਨੇ ਘੱਲੂਘਾਰਿਆਂ ਦੇ ਵਿੱਚ ਇਹਨਾਂ ਨੇ ਕਿਵੇਂ ਕੌਮ ਦੀ ਅਗਵਾਈ ਕੀਤੀ। ਤੇ ਜੇ ਇਤਿਹਾਸਕਾਰ ਇੱਕ ਗੱਲ ਲਿਖਦੇ ਨੇ ਕਿ ਜੇ ਵੱਡੇ ਘੱਲੂਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹ ਭੂਮਿਕਾ ਨਾ ਨਿਭਾਉਂਦੇ, ਆਗੂ ਵਾਲੀ ਭੂਮਿਕਾ, ਤੇ ਸ਼ਾਇਦ ਜਿਹੜੀ ਅੱਧੀ ਕੌਮ ਦਾ ਕਤਲੇਆਮ ਹੋਇਆ ਸੀ ਉਹ ਸਾਰੀ ਕੌਮ ਦਾ ਹੀ ਕਤਲੇਆਮ ਹੋ ਜਾਂਦਾ। ਸਰਦਾਰ ਚਿਰਤ ਸਿੰਘ ਹੋਣਾ ਨੇ ਕਿਹਾ ਸੀ ਕਿ ਆਪਾਂ ਆਪੋ ਆਪਣੀ ਮਿਸਲ ਦਾ ਜਿਹੜੀ ਆ ਹੁਣ ਆਪਾਂ ਰਾਖੀ ਕਰੀਏ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਸੀ ਕਿ ਹੁਣ ਮਿਸਲ ਵੰਡ ਕੇ ਲੜਾਈ ਨਹੀਂ ਕਰਨੀ, ਹੁਣ ਆਪਾਂ ਜਿਹੜਾ ਆ ਪੰਥ ਨੂੰ ਇਕੱਠਿਆਂ ਕਰਕੇ ਵੱਡਾ ਹੱਲਾ ਕਰੀਏ ਤਾਂ ਕਿ ਜਿਹੜਾ ਪੰਥ ਨੂੰ ਬਚਾਇਆ ਜਾ ਸਕੇ। ਵੱਡੇ ਘੱਲੂਘਾਰੇ ਤੋਂ ਬਾਅਦ ਵਿੱਚ ਜਿਹੜੇ ਅਬਦਾਲੀ ਦੇ ਨਾਲ ਚਿੱਠੀ ਪੱਤਰ ਹੋਇਆ ਆ, ਅਬਦਾਲੀ ਨੇ ਉਹਦਾ ਮਨੋਬਲ ਅਬਦਾਲੀ ਦਾ ਕਿਵੇਂ ਟੁੱਟਿਆ ਆ, ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜੀਵਨੀ ਤੋਂ ਪਤਾ ਲੱਗਦਾ ਆ ਕਿ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਸਟੇਟ ਦੇ ਨਾਲ ਜਦੋਂ ਡਾਇਲੋਗਸ ਕਰਨੇ ਆ, ਇਹਨਾਂ ਸਿੰਘਾਂ ਦੇ ਜੀਵਨ ਦੇ ਵਿੱਚੋਂ ਜਿਹੜੀ ਆ ਸੇਧ ਲੈ ਕੇ ਹੀ ਕਰਨੇ ਚਾਹੀਦੇ ਨੇ। ਜੀ, ਬਹੁਤ ਸ਼ਾਨਦਾਰ। ਅਗਲੀ ਜਿਹੜੀ ਕਿਤਾਬ ਆ ਉਹ ਹੈਗੀ ਆ ਸਾਡਾ ਇਤਿਹਾਸ ਭਾਗ ਦੂਜਾ। ਇਸ ਕਿਤਾਬ ਦਾ ਜਿਹੜਾ ਪਹਿਲਾ ਭਾਗ ਆ ਉਹ ਹੈਗਾ ਆ ਗੁਰੂ ਕਾਲ ਦੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਫਿਰ ਦੂਸਰਾ ਭਾਗ ਆ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ 1799 ਤੱਕ ਦਾ ਸੰਖੇਪ ਇਤਿਹਾਸ ਆ। ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣਾ ਨੇ ਜਿਹੜੇ ਸਾਡੇ ਇਤਿਹਾਸਿਕ ਸਰੋਤ ਸੀਗੇ, ਗ੍ਰੰਥ ਸੀਗੇ 18ਵੀਂ ਸਦੀ ਦੇ, ਜਿਹੜੇ ਆਪਾਂ ਬਾਅਦ ਵਿੱਚ ਜ਼ਿਕਰ ਵੀ ਕਰਨਾ ਆ, ਉਹਨਾਂ ਨੂੰ ਹੀ ਕਹਿ ਲਓ ਵੀ ਇੱਕ ਸੌਖੇ ਰੂਪ ਦੇ ਵਿੱਚ ਲਿਖਿਆ ਹੋਇਆ ਵਾ। ਸੋ ਜਿਹੜੇ ਨਵੀਂ ਕਿਤਾਬ ਜੇ ਕਿਸੇ ਨੇ ਸੰਖੇਪ ਪੜ੍ਹਨੀ ਆ 18ਵੀਂ ਸਦੀ ਦੇ ਉੱਤੇ, ਤੇ ਉਹ ਇੱਕ ਕਿਤਾਬ ਦੇ ਵਿੱਚ ਕਾਫੀ ਜਿਹੜੀ ਭਰਪੂਰ ਜਾਣਕਾਰੀ ਹੈਗੀ ਆ। ਜੀ, ਅਗਲੀ ਜਿਹੜੀ ਕਿਤਾਬ ਆ ਉਹ ਹੈ ਜੀ ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ। ਸਰਦਾਰ ਸਵਰਨ ਸਿੰਘ, ਪ੍ਰਿੰਸੀਪਲ ਸਵਰਨ ਸਿੰਘ ਉਹਨਾਂ ਦੀ ਲਿਖੀ ਕਿਤਾਬ ਆ। ਇਸ ਕਿਤਾਬ ਦੇ ਵਿੱਚ ਅਬਦਾਲੀ ਵੱਲੋਂ ਕੀਤੇ ਗਏ ਹਮਲੇ ਤੇ ਗੁਰੂ ਖਾਲਸਾ ਪੰਥ ਨੇ ਕਿਵੇਂ ਉਹਨੂੰ ਜਵਾਬ ਦਿੱਤਾ ਤੇ ਕਿਵੇਂ ਉਹਦਾ ਲੱਕ ਤੋੜਿਆ, ਇਹ ਸਾਰਾ ਵੇਰਵਾ ਇਹਦੇ ਵਿੱਚ ਮਿਲਦਾ ਆ। ਮਿਸਲਾਂ ਦਾ ਇਤਿਹਾਸ ਵੀ ਇਸ ਕਿਤਾਬ ਦੇ ਵਿੱਚ ਮਿਲਦਾ ਆ। ਅਬਦਾਲੀ ਦਾ ਅਤੇ ਨਾਦਰ ਸ਼ਾਹ ਦਾ ਜਿਹੜਾ ਪਿਛੋਕੜ ਆ ਉਹ ਵੀ ਇਸ ਕਿਤਾਬ ਦੇ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਹੋਣਾ ਨੇ ਦੱਸਿਆ ਹੋਇਆ ਆ। ਅਬਦਾਲੀ ਦੇ ਬਾਰੇ ਇੱਕ ਮਿੱਥ ਜਿਹੜੀ ਅੱਜ ਕੱਲ੍ਹ ਸੁਣਨ ਨੂੰ ਮਿਲਦੀ ਆ ਕਿ ਜਿਹਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ 157 ਦਿਨ ਤੋਂ ਵੱਧ ਜੀਂਦਾ ਨਹੀਂ ਰਿਹਾ। ਜਿਹੜੀ ਇਹ ਗੱਲ ਆ ਇਹਦੇ ਵਿੱਚ ਅਬਦਾਲੀ ਜਿਹੜਾ ਆ ਉਹ ਨਹੀਂ ਆਉਂਦਾ। ਅਬਦਾਲੀ ਜਿਹੜਾ ਆ 1762 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਦਾ ਆ ਅਤੇ 1772 ਦੇ ਵਿੱਚ ਇਹ ਪੂਰਾ ਹੁੰਦਾ ਆ। ਇਹ ਗੱਲ ਕਿਉਂ ਤੋੜੀ ਗਈ ਸਟੇਟ ਵੱਲੋਂ, ਜਾਂ ਇਹ ਨੈਰੇਟਿਵ ਕਿਉਂ ਸਿਰਜਿਆ ਗਿਆ, ਇਹਦੇ ਨਾਲ ਸਿੱਖਾਂ ਦਾ ਕਿਵੇਂ ਨੁਕਸਾਨ ਹੋ ਰਿਹਾ ਆ, ਇਹ ਕਿਤਾਬ ਪੜ੍ਹਨੀ ਤਾਂ ਕਰਕੇ ਵੀ ਬਹੁਤ ਜ਼ਰੂਰੀ ਆ। 1767 ਦੇ ਵਿੱਚ 5 ਸਾਲ ਬਾਅਦ ਅਬਦਾਲੀ ਕੋਲੋਂ ਜਿਹੜੀ ਸੀ ਭੰਗੀਆਂ ਵਾਲੀ ਤੋਪ ਉਹ ਖੋਈ ਗਈ ਸੀ। ਇਸੇ ਤਰ੍ਹਾਂ ਜਿਹੜੀਆਂ 2200 ਲੜਕੀਆਂ, ਹਿੰਦੂ ਲੜਕੀਆਂ ਛੁਡਾਈਆਂ ਗਈਆਂ ਸੀ ਮਲੇਰਕੋਟਲੇ ਦੇ ਇਲਾਕੇ ਵਿੱਚ, ਉਹ ਵੀ 1767 ਵਾਲੇ ਹਮਲੇ ਦੀ ਗੱਲ ਆ। ਸੋ ਸਟੇਟ ਨੇ ਜਿਹੜਾ ਉਹ ਨੈਰੇਟਿਵ ਸਿਰਜਿਆ ਆ ਕਿ 172 ਦਿਨ ਬਾਅਦ ਜਿਹੜਾ ਆ ਉਹ ਮਾਫ ਕਰਨਾ 157 ਦਿਨ ਤੱਕ ਕੋਈ ਜੀਂਦਾ ਨਹੀਂ ਰਿਹਾ, ਉਹ ਅਬਦਾਲੀ ਨੂੰ 10 ਸਾਲ ਪਹਿਲਾਂ ਮਾਰ ਰਹੇ ਆ। ਉਹਦੇ ਨਾਲ ਸਾਡਾ 10 ਸਾਲ ਦਾ ਜਿਹੜਾ ਗੌਰਵਮਈ ਇਤਿਹਾਸ ਆ ਉਹ ਖਤਮ ਹੁੰਦਾ ਆ। ਇਸ ਕਰਕੇ ਸਾਨੂੰ ਜਿਹੜਾ ਵਾ 18ਵੀਂ ਸਦੀ ਦਾ ਇਤਿਹਾਸ ਇਸ ਕਰਕੇ ਵੀ ਪੜ੍ਹਨਾ ਬਹੁਤ ਜ਼ਰੂਰੀ ਆ। ਜੀ, ਸਹੀ। ਇਸੇ ਤਰ੍ਹਾਂ ਜਿਹੜੀ ਅਗਲੀ ਕਿਤਾਬ ਆ ਉਹ ਹੈਗੀ ਆ ਦਿੱਲੀ ਦੇ ਜੇਤੂ ਸੂਰਮੇ। ਖੋਜੀ ਕਾਫਰ ਹੋਣਾ ਦਾ ਇਹ ਨਾਵਲ ਆ। ਇਸ ਦੇ ਵਿੱਚ ਜਿਹੜੀ ਦਿੱਲੀ ਜਿੱਤਣ ਤੋਂ ਬਾਅਦ ਵਿੱਚ ਬਾਬਾ ਬਘੇਲ ਸਿੰਘ, ਸਮਰੂ ਜਿਹੜੀ ਬੇਗਮ ਆ, ਸਮਰੂ ਕੀ ਬੇਗਮ ਜਿਹਨੂੰ ਕਿਹਾ ਜਾਂਦਾ ਸੀ, ਜਿਹੜੀ ਉਸ ਵੇਲੇ ਦਿੱਲੀ ਤੇ ਕਾਬਿਜ਼ ਸੀਗੀ, ਮੁਹੰਮਦ ਸ਼ਾਹ ਰੰਗੀਲੇ ਦੀ ਘਰਵਾਲੀ ਸੀ, ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਆ, ਉਹਨਾਂ ਨੂੰ ਇਹਨਾਂ ਨੇ ਇੱਕ ਨਾਵਲ ਦਾ ਰੂਪ ਦੇ ਕੇ ਇਹ ਜਿਹੜਾ ਆ ਇਹ ਕਿਤਾਬ ਦਿੱਤੀ ਹੋਈ ਆ। ਤੇ ਜਿਹੜੇ ਵੀਰ ਨਾਵਲ ਪੜ੍ਹਨ ਦੇ ਸ਼ੌਕੀਨ ਨੇ, ਇਤਿਹਾਸਿਕ ਨਾਵਲ, ਉਹਨਾਂ ਨੂੰ ਇਹ ਕਿਤਾਬ ਜਿਹੜੀ ਆ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। 18ਵੀਂ ਸਦੀ ਦੇ ਉੱਪਰ ਸੋਹਣ ਸਿੰਘ ਸ਼ੀਤਲ ਹੋਣਾ ਦੀ ਇਹ ਕਿਤਾਬ ਸਿੱਖ ਰਾਜ ਕਿਵੇਂ ਬਣਿਆ, ਇਹ ਪਹਿਲਾ ਭਾਗ ਆ। ਇਹਦਾ ਜਿਹੜਾ ਦੂਸਰਾ ਭਾਗ ਆ ਸਿੱਖ ਰਾਜ ਕਿਵੇਂ ਗਿਆ, ਉਹ 19ਵੀਂ ਸਦੀ ਦੇ ਨਾਲ ਸੰਬੰਧ ਰੱਖਦਾ ਆ। ਸਿੱਖ ਰਾਜ ਕਿਵੇਂ ਬਣਿਆ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਆ। ਸੋ ਅੱਜ ਤੋਂ ਕੋਈ 10-15 ਸਾਲ ਪਹਿਲਾਂ
ਇਹ ਕਿਤਾਬ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖੀ ਜਾਂਦੀ ਸੀਗੀ ਜੀ। ਇਹ ਉਹ ਕਿਤਾਬ ਆ ਜਿਨ੍ਹਾਂ ਨੇ ਸਰਦਾਰ ਗਜਿੰਦਰ ਸਿੰਘ ਹਾਈਜੈਕਰ ਹੋਣਾ ਦਾ ਜੀਵਨ ਬਦਲਿਆ, ਸਿੱਖ ਰਾਜ ਜੀ। ਕਿਵੇਂ ਬਣਿਆ। ਇਸ ਕਿਤਾਬ ਨੂੰ ਪੜ੍ਹ ਕੇ ਉਹ ਕਹਿੰਦੇ ਕਿ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜਾ ਸਿੱਖ ਰਾਜ ਆ ਉਹਨੂੰ ਦੁਬਾਰਾ ਜਿਹੜਾ ਆ ਉਹ ਕਾਇਮ ਕਰਨਾ ਚਾਹੀਦਾ ਆ। ਤੇ ਅੱਜ ਵੀ ਜੀ। ਉਹ ਇੱਕ ਸੰਘਰਸ਼ ਜਿਹੜਾ ਉਹ ਲੜ ਰਹੇ ਨੇ। ਇਹ ਕਿਤਾਬ ਹਰ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ। ਇਹਦੇ ਵਿੱਚ ਬਹੁਤ ਸੋਹਣੀਆਂ ਕਵਿਤਾਵਾਂ ਵੀ ਦਰਜ ਨੇ ਸੋਹਣ ਸਿੰਘ ਸ਼ੀਤਲ ਹੋਣਾ ਦੀਆਂ। ਜਦੋਂ ਸਿੱਖਾਂ ਨੂੰ 1733 ਦੇ ਵਿੱਚ ਨਵਾਬੀ ਭੇਜੀ ਗਈ ਸੀ, ਉਹਦਾ ਜਿਹੜਾ ਕਾਵ ਰੂਪ ਆ ਜਿਹੜਾ ਉਹ ਜਵਾਬ ਦਿੱਤਾ ਸੀਗਾ ਸਿੱਖਾਂ ਨੇ, ਉਹ ਬਹੁਤ ਹੀ ਸੋਹਣੇ ਰੂਪ ਦੇ ਵਿੱਚ ਸੋਹਣ ਸਿੰਘ ਸ਼ੀਤਲ ਹੋਣਾ ਨੇ ਲਿਖਿਆ ਆ। ਆਪਾਂ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਉਹ ਕਹਿੰਦੇ ਨੇ ਕਿ ਸਿੰਘਾਂ ਨੇ ਜਦੋਂ ਜਵਾਬ ਲਿਖਿਆ ਅਬਦਾਲੀ, ਮਾਫ ਕਰਨਾ, ਜ਼ਕਰੀਆ ਖਾਨ ਬਹਾਦਰ ਨੂੰ, ਉਹ ਕਹਿੰਦੇ ਨੇ ਮਿਲਾਂਗੇ ਸ਼ਾਹ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਫੈਸਲਾ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ, ਰਾਜ ਕਰਾਂਗੇ ਖੈਬਰ ਤੱਕ ਜਿੱਤ ਝੋਲੀ ਪਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਸਾਨੂੰ ਈਨ ਮਨਾ ਕੇ, ਸ਼ੇਰ ਨਾ ਜਿਉਂਦੇ ਸ਼ੀਤਲਾ ਨੱਕ ਨੱਥ ਪਵਾ ਕੇ। ਤੋ ਇੱਕ ਉਹਨੂੰ ਸੁਨੇਹਾ ਸੀਗਾ ਕਿ ਇਹਨਾਂ ਸ਼ੇਰਾਂ ਨੂੰ ਤੂੰ ਨੱਥ ਨਹੀਂ ਪਾ ਸਕਦਾ। ਸੋ ਇਹਦੇ ਵਿੱਚ ਕਾਫੀ ਕਵਿਤਾਵਾਂ ਹੋਰ ਵੀ ਹੈਗੀਆਂ ਨੇ ਜਿਹੜੀਆਂ 18ਵੀਂ ਸਦੀ ਨਾਲ ਸੰਬੰਧਿਤ ਨੇ। ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਗਿਆਨੀ ਸੋਹਣ ਸਿੰਘ ਸ਼ੀਤਲ ਹੋਣਾ ਦੀ। ਜੀ। ਅਗਲੀ ਜਿਹੜੀ ਕਿਤਾਬ ਹੈ ਉਹ ਹੈ ਭੂਰੀਆਂ ਵਾਲੇ ਰਾਜੇ ਕੀਤੇ, ਸਰਦਾਰ ਸਵਰਨ ਸਿੰਘ ਹੋਣਾ ਦੀ ਕਿਤਾਬ ਆ। ਇਹ ਬਾਬਾ ਬੁੱਲੇ ਸ਼ਾਹ ਹੋਣਾ ਦੀ ਇਹ ਬਹੁਤ ਮਸ਼ਹੂਰ ਜਿਹੜੀ ਹੈਗੀ ਆ ਗੱਲ ਆ, ਭੂਰੀਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਫਾਰਸੀ ਸਰੋਤਾਂ ਦਾ ਜਿਹੜਾ ਆ ਉਹ ਹਵਾਲਾ ਦਿੱਤਾ। ਜਿਵੇਂ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਸੀ ਕਿ ਪ੍ਰਿੰਸੀਪਲ ਸਵਰਨ ਸਿੰਘ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਨੇ ਜੀ। ਤੇ ਉਹਨਾਂ ਨੇ ਕਾਜੀ ਨੂਰ ਮੁਹੰਮਦ ਨੇ ਜੋ ਸਿੱਖਾਂ ਦਾ ਇਤਿਹਾਸ ਲਿਖਿਆ ਸੀਗਾ, ਉਹਦੇ ਜਿਹੜਾ ਆ ਉਹ ਪੰਜਾਬੀ ਉਤਾਰਾ ਕੀਤਾ ਹੋਇਆ ਹੈ। ਜੋ ਉਹਨੇ ਗੱਲਾਂ ਸਿੰਘਾਂ ਬਾਰੇ ਲਿਖੀਆਂ ਨੇ, ਉਹਨੇ ਸਿੱਖਾਂ ਨੂੰ ਜਿਹੜਾ ਕੀ ਲਿਖਿਆ ਸੀ ਤੇ ਕਿਉਂ ਲਿਖਿਆ ਸੀ ਤੇ ਉਹਦੇ ਪਿੱਛੇ ਉਹਦੀ ਕੀ ਮਨਸ਼ਾ ਸੀਗੀ ਤੇ ਬਾਅਦ ਵਿੱਚ ਉਹ ਕਿਵੇਂ ਸੱਚ ਲਿਖਦਾ ਆ ਸਿੱਖਾਂ ਬਾਰੇ। ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਆ ਕਿ ਉਹ ਜਿਹੜੀ, ਕਿਉਂਕਿ ਇੱਕ ਗੱਲ ਬੜੀ ਅਹਿਮ ਆ ਕਿ ਜਦੋਂ ਕਿਰਦਾਰ ਉੱਚੇ ਹੁੰਦੇ ਨੇ ਉਦੋਂ ਦੁਸ਼ਮਣ ਬਦੋ ਬਦੀ ਸਿਫਤ ਕਰਨ ਤੇ ਉਤਰ ਆਉਂਦਾ ਆ। 19ਵੀਂ ਸਦੀ ਦੇ ਅੰਗਰੇਜ਼ਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਸਿਫਤਾਂ ਲਿਖੀਆਂ ਨੇ। 20ਵੀਂ ਸਦੀ ਦੇ ਵਿੱਚ ਆਪਾਂ AR ਦਰਸ਼ੀ ਜਿਹੜਾ ਕਿ ਇੱਕ ਹਿੰਦੂ ਮੈਜਿਸਟ੍ਰੇਟ ਸੀਗਾ, ਉਹਨੇ ਸੰਤ ਜਰਨੈਲ ਸਿੰਘ ਜੀ ਦੀਆਂ ਬਹੁਤ ਸਿਫਤਾਂ ਲਿਖੀਆਂ ਸੀਗੀਆਂ ਆਪਣੀ ਕਿਤਾਬ ਦੇ ਵਿੱਚ, ਜਾਂਬਾਜ਼ ਰਾਖਾ ਦੇ ਵਿੱਚ। ਸੋ ਜਦੋਂ ਕਿਰਦਾਰ ਉੱਚੇ ਹੁੰਦੇ ਨੇ ਉਦੋਂ ਕਿਵੇਂ ਦੁਸ਼ਮਣ ਨੂੰ ਮਜਬੂਰੀ ਹੋ ਕੇ ਜਾਂ ਕਹਿ ਲਓ ਜਾਂ ਉਹਨੂੰ ਅੰਦਰੋਂ ਜਿਹੜੀ ਉਹਦੀ ਇੱਕ ਸੱਚ ਦੀ ਭਾਵਨਾ ਨਿਕਲਦੀ ਆ, ਉਹਦੇ ਵਿੱਚ ਜਦੋਂ ਸੱਚ ਲਿਖਣ ਤੇ ਮਜਬੂਰ ਹੋ ਜਾਂਦਾ ਆ। ਸੋ 18ਵੀਂ ਸਦੀ ਦੇ ਵਿੱਚ ਸਿੱਖਾਂ ਦੀਆਂ ਕੀ ਸਿਫਤਾਂ ਸੀਗੀਆਂ, ਉਹਨਾਂ ਦੇ ਕਿਰਦਾਰ ਕੈਸੇ ਸੀ ਜਾਂ ਉਹਨਾਂ ਦੇ ਜੰਗ ਦਾ ਕੈਸਾ ਹੁਨਰ ਸੀ ਉਹਨਾਂ ਦੇ ਵਿੱਚ, ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੀ। ਗੁਰਤੇਜ ਸਿੰਘ ਜੀ, ਹੁਣ ਆਪਾਂ ਕੁਝ ਨਾਵਲ ਜਿਹੜੇ ਨੇ 18ਵੀਂ ਸਦੀ ਦੇ ਉੱਪਰ ਉਹਨਾਂ ਦਾ ਜ਼ਿਕਰ ਕਰਦੇ ਹਾਂ। 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਦਰਸਾਉਂਦੇ ਜਿਹੜੇ ਨਾਵਲ ਨੇ, ਵਿਜੇ ਸਿੰਘ, ਭਾਈ ਵੀਰ ਸਿੰਘ ਜੀ ਹੋਣਾ ਵੱਲੋਂ ਲਿਖਿਆ ਹੋਇਆ ਇਹ ਨਾਵਲ ਆ, ਇਤਿਹਾਸਿਕ ਨਾਵਲ, ਇਹ ਜ਼ਰੂਰ ਪੜ੍ਹਨਾ ਚਾਹੀਦਾ ਵਾ। ਇਸੇ ਨਾਲ ਹੀ ਜਿਹੜਾ ਅਗਲਾ ਨਾਵਲ ਆ ਉਹ ਹੈਗਾ ਆ ਸਤਵੰਤ ਕੌਰ ਜੀ। 18ਵੀਂ ਸਦੀ ਦੇ ਵਿੱਚ ਜਿਹੜੇ ਸਾਡੇ ਉੱਚੇ ਕਿਰਦਾਰ ਸੀਗੇ ਉਹਨਾਂ ਨੂੰ ਦਿਖਾਉਂਦਾ ਨਾਵਲ ਆ। ਇਹ ਬਹੁਤ ਅਹਿਮ ਨਾਵਲ ਆ, ਬਹੁਤ ਸ਼ਾਨਦਾਰ ਨਾਵਲ ਜੀ। ਹਾਂਜੀ, ਤੇ ਇਹ ਬਹੁਤ ਜ਼ਿਆਦਾ ਪੜ੍ਹਿਆ ਵੀ ਗਿਆ ਆ, ਇਹ ਬਹੁਤ ਮਸ਼ਹੂਰ ਨਾਵਲ ਵੀ ਆ। ਤੇ ਇਸੇ ਤਰ੍ਹਾਂ ਇੱਕ ਨਾਵਲ ਉਹਨਾਂ ਦਾ ਹੋ ਰਿਹਾ ਜਿਹੜਾ ਕਿ ਸੁੰਦਰੀ, ਜਿਹੜਾ 1898 ਦੇ ਵਿੱਚ ਪਹਿਲੀ ਵਾਰ ਛਪਿਆ ਸੀਗਾ ਤੇ 2013 ਤੱਕ ਇਹ 45 ਵਾਰ ਛਪ ਚੁੱਕੀ ਹੈ ਇਹ ਕਿਤਾਬ ਜੀ। ਤੋ ਇਹ ਮੈਂ ਕਿਤੇ ਪੜ੍ਹਿਆ ਸੀਗਾ ਕਿ ਇਹ ਕਿਤਾਬ ਦਾ ਰਿਕਾਰਡ ਆ ਕਿ ਇਹ ਸਭ ਤੋਂ ਵੱਧ ਪੜ੍ਹੀ ਤੇ ਵਿਕਣ ਵਾਲੀ ਕਿਤਾਬ ਜਿਹੜੀ ਆ ਉਹ ਸੁੰਦਰੀ ਆ। ਇਹ ਨਾਵਲ ਜ਼ਰੂਰ ਪੜ੍ਹਨੇ ਚਾਹੀਦੇ ਨੇ। ਇਸੇ ਤਰ੍ਹਾਂ ਆਪਣੇ ਕੋਲ ਕੁਝ ਹੋਰ ਨਾਵਲ ਨੇ 18ਵੀਂ ਸਦੀ ਦੇ ਉੱਤੇ, ਨਰਿੰਦਰਪਾਲ ਸਿੰਘ ਹੋਣਾ ਦੇ। ਇਹ ਪੂਰੀ ਇੱਕ ਲੜੀ ਆ 18ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ, ਇੱਥੇ ਮਾਰ ਕੇ ਜਾਣਾ। ਤੋ ਇਹਦਾ ਜਿਹੜਾ ਅਗਲਾ ਭਾਗ ਆ ਉਹ ਹੈਗਾ ਆ ਖੰਨਿਓ ਤਿੱਖੀ, ਜਿਹੜਾ ਨਰਿੰਦਰਪਾਲ ਸਿੰਘ ਹੋਣਾ ਦਾ ਇਹ ਵੀ ਇਹ ਨਾਵਲ ਆ। ਅਤੇ ਵਾਲੋ ਨਿੱਕੀ ਜੀ ਜਿਹੜਾ ਆ, ਇਹ ਮਾਫ ਕਰਨਾ, ਖੰਨਿਓ ਤਿੱਖੀ ਜਿਹੜਾ ਨਾਵਲ ਆ ਇਹ ਜਿਹੜਾ ਆ ਇਹ ਪਹਿਲਾ ਭਾਗ ਆ। ਅਤੇ ਤੁਸੀਂ ਦੇਖ ਸਕਦੇ ਹੋ ਕਿਤਾਬ ਦੇ ਉੱਪਰ ਵੀ ਨੰਬਰ ਲੱਗੇ ਹੋਏ ਨੇ। ਜਿਹੜਾ ਵਾਲੋ ਨਿੱਕੀ ਜਿਹੜੀ ਕਿਤਾਬ ਆ ਇਹ ਦੂਜਾ ਭਾਗ ਆ। ਅਤੇ ਜਿਹੜਾ ਇੱਥੇ ਮਾਰਗ ਜਾਣਾ ਜਿਹੜਾ ਆ ਇਹ ਤੀਜਾ ਭਾਗ ਆ। ਇਹਦਾ ਜਿਹੜਾ ਚੌਥਾ ਭਾਗ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਨਾਲ ਸੰਬੰਧ ਰੱਖਦਾ ਆ ਇੱਕ ਸਰਕਾਰ ਬਾਜੋਂ।
ਇਹ ਲੜੀਦਾਰ ਜਿਹੜਾ ਨਾਵਲ ਆ ਇਹ ਜ਼ਰੂਰ ਹਾਂਜੀ ਪੜ੍ਹਨ ਵਾਲੇ ਨੇ। ਇਸੇ ਤਰ੍ਹਾਂ ਗਿਆਨੀ ਭਜਨ ਸਿੰਘ ਹੋਣਾ ਦੀ ਕਿਤਾਬ ਆ ਅਸੀਂ ਦੂਣ ਸਵਾਏ ਹੋਏ ਜੀ, ਇਹਨਾਂ ਦੀ ਵੀ ਬਹੁਤ ਖੋਜ ਦੇ ਨਾਲ ਇਹ ਜਿਹੜਾ ਗਿਆਨੀ ਭਜਨ ਸਿੰਘ ਹੋਣਾ ਦੇ ਇਹ ਨਾਵਲ ਲਿਖਿਆ ਹੋਇਆ ਆ। ਤੇ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਨਾਵਲ ਆ ਕਰਕ ਕਲੇਜੇ ਮਾਹੀ, ਇਹ ਵੀ ਗਿਆਨੀ ਭਜਨ ਸਿੰਘ ਹੋਣਾ ਦਾ ਆ। ਇਹ ਵੀ 18ਵੀਂ ਸਦੀ ਦੇ ਉੱਤੇ ਬਹੁਤ ਹੀ ਸੁੰਦਰ ਨਾਵਲ ਆ ਜੀ। ਤੋਂ ਅੱਗੇ ਆਪਾਂ ਜ਼ਿਕਰ ਕਰਦੇ ਹਾਂ ਅੰਗਰੇਜ਼ੀ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਕਿਤਾਬ ਆ ਜਿਹਦੇ ਵਿੱਚ ਇੱਕ ਬਜ਼ੁਰਗ ਦਾਦਾ ਆਪਣੇ ਪੋਤਰੇ ਨੂੰ 18ਵੀਂ ਸਦੀ ਦਾ ਇਤਿਹਾਸ ਸੁਣਾ ਰਿਹਾ ਆ। ਉਹ ਦੱਸ ਰਿਹਾ ਆ ਕਿ ਅਬਦਾਲੀ ਦੀ ਪਾਲਕੀ ਕਿਵੇਂ ਥਿਰਕੀ ਸੀ। ਸੋ ਇਹ ਜਿਹੜੀ ਕਿਤਾਬ ਆ ਇਹ ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਉਹਨਾਂ ਦੀ ਭੈਣ ਨਵਜੋਤ ਕੌਰ ਵੱਲੋਂ ਲਿਖੀ ਗਈ ਆ ਜੀ। ਵੈਨ ਅਬਦਾਲੀਜ਼ ਪੈਲਨਕੋਇਨ ਟ੍ਰੈਂਬਲਡ ਜੀ। ਇਹ 18ਵੀਂ ਸਦੀ ਦਾ ਹੀ ਇੱਕ ਜਿਹੜਾ ਹੈਗਾ ਨਾ ਇਤਿਹਾਸਿਕ ਆਪਾਂ ਅੰਗਰੇਜ਼ੀ ਦੇ ਵਿੱਚ ਬਹੁਤ ਸੋਹਣੀ ਕਿਤਾਬ ਆ ਜੀ। ਇਸ ਕਿਤਾਬ ਚੋਂ ਸਾਨੂੰ ਜਿਹੜਾ ਮੈਸੇਜ ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਭੈਣ ਨਵਜੋਤ ਕੌਰ ਜੀ ਦੇਣਾ ਚਾਹੁੰਦੇ ਨੇ ਉਹ ਇਹ ਵੀ ਆ ਕਿ ਸਾਡੇ ਬਜ਼ੁਰਗ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਇੱਥੋਂ ਦੇ ਜਿਹੜੇ ਜਨਮੇ ਬੱਚੇ ਨੇ 18ਵੀਂ ਸਦੀ ਦਾ ਇਤਿਹਾਸ ਕਿਵੇਂ ਸੁਣਾਉਣਾ ਚਾਹੀਦਾ ਹੈ ਜੀ। ਉਹਨਾਂ ਨੂੰ ਕਿਵੇਂ ਸਾਖੀ ਦੇ ਰੂਪ ਦੇ ਵਿੱਚ 18ਵੀਂ ਸਦੀ ਦਾ ਇਤਿਹਾਸ ਦੱਸਣਾ ਚਾਹੀਦਾ ਹੈ। ਸੋ ਉਹਨਾਂ ਨੇ ਜਿਹੜੀ ਇਹ ਕਿਤਾਬ ਆ ਉਹ ਲਿਖੀ ਹੀ ਇਸ ਸੰਦਰਭ ਦੇ ਵਿੱਚ ਆ ਕਿ ਜਿਹੜੇ ਬੱਚੇ ਬਾਹਰ ਪੈਦਾ ਹੁੰਦੇ ਨੇ ਜਿਨ੍ਹਾਂ ਦੀ ਕਹਿ ਲਓ ਵੀ ਅੰਗਰੇਜ਼ੀ ਦੇ ਵਿੱਚ ਪਕੜ ਜ਼ਿਆਦੀ ਹੁੰਦੀ ਆ ਉਹਨਾਂ ਨੂੰ ਕਿਵੇਂ ਜਿਹੜਾ ਆ 18ਵੀਂ ਸਦੀ ਦਾ ਇਤਿਹਾਸ ਪਹੁੰਚਾਇਆ ਜਾਵੇ। ਉਹਨਾਂ ਨੇ ਇਸ ਕਿਤਾਬ ਨੂੰ ਥੋੜਾ ਜਿਹਾ ਇੰਟਰਸਟਿੰਗ ਬਣਾਉਣ ਵਾਸਤੇ ਕੁਝ ਜਿਹੜੀਆਂ ਨੇ ਉਹ ਤਸਵੀਰਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਵੀ ਅੰਗਰੇਜ਼ੀ ਦੇ ਵਿੱਚ ਜਿਹੜਾ ਆ ਉਹ ਲਿਖ ਕੇ ਜਿਹੜਾ ਆ ਉਹ ਤੁਸੀਂ ਦਰਸ਼ਨ ਕਰ ਸਕਦੇ ਆ। ਹਾਂਜੀ, ਸੋ ਇਹ ਕਿਤਾਬ ਬੱਚਿਆਂ ਦੇ ਸੰਦਰਭ ਦੇ ਵਿੱਚ ਬਹੁਤ ਸੋਹਣੀ ਕਿਤਾਬ ਆ। ਸੋ ਹੁਣ ਆਪਾਂ ਕੁਝ ਜਿਹੜੇ ਹੈਗੇ ਨੇ ਸਾਡੇ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ। ਗਿਆਨੀ ਗਿਆਨ ਸਿੰਘ ਜੀ ਹੋਣਾ ਦਾ ਇਹ ਗ੍ਰੰਥ ਆ ਤਵਾਰੀਖ ਗੁਰੂ ਖਾਲਸਾ ਜੀ। ਜਿਹੜੇ ਗਿਆਨੀ ਗਿਆਨ ਸਿੰਘ ਜੀ ਨੇ ਇਹ ਭਾਈ ਮਨੀ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਦੇ ਵਿੱਚ ਇਹ ਹੋਏ ਨੇ। ਕੁਝ ਸਰੋਤਾਂ ਅਨੁਸਾਰ ਇਹ ਵੀ ਪਤਾ ਲੱਗਦਾ ਆ ਕਿ ਇਹ ਭਾਈ ਗਿਆਨੀ ਗਿਆਨ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕਰਦੇ ਸੀ ਜੀ। ਕੁਝ ਸਾਲ ਇਹਨਾਂ ਨੇ ਸੇਵਾ ਨਿਭਾਈ ਆ। ਬਾਅਦ ਵਿੱਚ ਕਿਸੇ ਮੁਹਿੰਮ ਤੇ ਇਹਨਾਂ ਦੇ ਗੋਲੀ ਲੱਗਣ ਕਾਰਨ ਇਹਨਾਂ ਨੇ ਜਿਹੜਾ ਸੀਗਾ ਫਿਰ ਆਪਣੇ ਪਿੰਡ ਆ ਗਏ ਸੀ ਅਤੇ ਜਿਹੜਾ ਸੀ ਕਲਮ ਦੇ ਨਾਲ ਜਿਹੜੀ ਆ ਪੰਥ ਦੀ ਸੇਵਾ ਕੀਤੀ ਆ। ਸੋ ਤਵਾਰੀਖ ਗੁਰੂ ਖਾਲਸਾ ਸਾਰਾ ਇਤਿਹਾਸ 18ਵੀਂ ਸਦੀ ਦਾ ਆ। ਇਹਦਾ ਜਿਹੜਾ ਆਕਾਰ ਆ ਉਹ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਆ। ਇਹ ਸਾਖੀ ਦੇ ਰੂਪ ਦੇ ਵਿੱਚ 18ਵੀਂ ਸਦੀ ਦਾ ਸਾਰਾ ਇਤਿਹਾਸ ਆ। ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਦਾ ਜਿਹੜਾ ਹੈਗਾ ਆ ਪੰਥ ਪ੍ਰਕਾਸ਼ ਨਵੀਨ ਪੰਥ ਜਿਹੜਾ ਕਿ ਹਾਂਜੀ ਕਾਵਿ ਰੂਪ ਆ ਅਤੇ ਕਈ ਭਾਗਾਂ ਦੇ ਵਿੱਚ ਇਹ ਮਿਲਦਾ ਆ ਹਨਾ। ਤੇ ਇਹਦੇ ਵਿੱਚ ਜਿਹੜੇ ਆ ਉਹਨਾਂ ਨੇ ਕਵਿਤਾ ਦੇ ਰੂਪ ਦੇ ਵਿੱਚ 18ਵੀਂ ਸਦੀ ਦਾ ਜਿਹੜਾ ਇਤਿਹਾਸ ਉਹ ਲਿਖਿਆ ਆ। ਤੇ ਅੱਗੇ ਆਪਾਂ ਜ਼ਿਕਰ ਕਰਦੇ ਹਾਂ 18ਵੀਂ ਸਦੀ ਦਾ ਸਭ ਤੋਂ ਜਿਹੜਾ ਅਹਿਮ ਸਰੋਤ ਆ ਜਿਹਦੇ ਵਿੱਚੋਂ ਲਗਭਗ ਸਾਰੀਆਂ ਇਹ ਕਿਤਾਬਾਂ ਨਿਕਲ ਸਕਦੀਆਂ ਨੇ ਉਹ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਵਾਲਾ। ਇਸ ਪੰਥ ਪ੍ਰਕਾਸ਼ ਦੇ ਜਿਹੜਾ ਹੈਗਾ ਆ ਇਹ ਸਾਰਾ ਕਾਵਿ ਰੂਪ ਆ ਤੇ 18ਵੀਂ ਸਦੀ ਦਾ ਸਾਰਾ ਹੀ ਇਤਿਹਾਸ ਆ। ਸਰਦਾਰ ਰਤਨ ਸਿੰਘ ਭੰਗੂ ਸ਼ਹੀਦ ਜਿਹੜੇ ਨੇ ਇਹ ਮਹਿਤਾਬ ਸਿੰਘ ਮੀਰਕੋਟ ਦੇ ਪੁੱਤਰੇ ਸੀਗੇ ਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਵੇਂ ਮੈਂ ਆਪਣੇ ਦਾਦੇ ਅਤੇ ਬਾਬੇ ਦੇ ਕੋਲੋਂ ਜਾਂ ਪਿਤਾ ਜੀ ਦੇ ਕੋਲੋਂ ਜਿਹੜੀਆਂ ਇਹ ਸੁਣਿਆ ਸੀਗਾ ਇਤਿਹਾਸ ਉਹਨੂੰ ਮੈਂ ਇਸ ਤਰ੍ਹਾਂ ਹੀ ਕਲਮਬੰਦ ਕੀਤਾ ਆ। ਇਹ ਸਭ ਤੋਂ ਅਹਿਮ ਸਰੋਤ ਜਿਹੜਾ ਆ ਇਹ ਮੰਨਿਆ ਜਾਂਦਾ ਆ ਪੰਥ ਪ੍ਰਕਾਸ਼। ਇਹ ਕਾਵਿ ਰੂਪ ਦੇ ਵਿੱਚ ਜਿੱਥੇ ਸਾਨੂੰ ਵੀਰ ਰਸ ਦਿੰਦਾ ਆ ਉੱਥੇ ਸਾਨੂੰ ਸਾਡੇ ਵਿਰਸੇ ਦੇ ਨਾਲ ਵੀ ਇਹ ਜੋੜਦਾ ਆ। ਇਹਦੀ ਉਦਾਹਰਣ ਮਿਲਦੀ ਆ ਜਦੋਂ ਸਰਦਾਰ ਰਤਨ ਸਿੰਘ ਭੰਗੂ ਦੇ ਦਾਦਾ ਸਰਦਾਰ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦਾ ਸਿਰ ਵੱਢਿਆ। ਉਹ ਲਿਖਦੇ ਨੇ ਜੋਕਰ ਭਾਂਡਾ ਚੱਕ ਉਤਾਰਿਓ ਜੋਕਰ ਕਦੂਆ ਬੇਲਾ ਡਾਰਿਓ ਮੱਸੇ ਕਾ ਸਿਰ ਸਿੰਘ ਉਤਾਰਿਓ। ਮੱਸੇ ਰੰਗੜ ਦਾ ਸਿਰ ਇੰਜ ਵੱਢ ਕੇ ਲੈ ਗਏ ਜਿਵੇਂ ਘੁਮਿਆਰ ਚੱਕ ਤੋਂ ਭਾਂਡਾ ਲਾਉਂਦਾ ਤੇ ਜਿਵੇਂ ਆਪਾਂ ਕੱਦੂ ਦੇ ਵੇਲ ਦੇ ਨਾਲੋਂ ਕੱਦੂ ਤੋੜਦੇ ਆ। ਸੋ ਇਹ ਸਾਨੂੰ ਆਪਣੇ ਵਿਰਸੇ ਦੇ ਨਾਲ ਵੀ ਜੋੜਦਾ ਆ। ਉੱਥੇ ਇਹ ਸਾਨੂੰ ਸਾਡੇ ਇਤਿਹਾਸ ਦੇ ਨਾਲ ਵੀ ਜੋੜਦਾ ਆ। ਸੋ ਜਿਹੜਾ ਪੰਥ ਪ੍ਰਕਾਸ਼ ਆ ਇਹਦਾ ਜਿਹੜਾ ਟੀਕਾ ਆ ਉਹ ਵੀ ਮਿਲਦਾ ਆ ਜਿਹੜਾ ਕਿ ਦੋ ਭਾਗਾਂ ਦੇ ਵਿੱਚ ਆ। ਪੰਥ ਪ੍ਰਕਾਸ਼ ਦਾ ਜਿਹੜੇ ਕਿ ਜਿਹੜਾ ਸਰੋਤ ਆ ਉਹ ਕਈ ਵਾਰ ਸਮਝ ਨਹੀਂ ਆਉਂਦਾ ਪਰ ਇਹਦਾ ਜਿਹੜਾ ਟੀਕਾ ਕੀਤਾ ਹੋਇਆ ਉਹ ਵੀ ਜਿਹੜਾ ਹੈਗਾ ਨਾ ਉਹ ਮਿਲ ਜਾਂਦਾ ਆ। ਇਹ ਦੋ ਭਾਗਾਂ ਦੇ ਵਿੱਚ ਆ। ਇਹ ਵੀ ਸਾਰਾ ਜਿਹੜਾ ਆ
ਇਹਨਾਂ ਦੀ ਜਿਹੜੀ ਕਥਾ ਆ ਉਹ ਵੀ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਆ। ਸੋ ਇਹ ਨੇ ਜੀ ਕੁਝ 18ਵੀਂ ਸਦੀ ਦੇ ਉੱਪਰ ਕਿਤਾਬਾਂ ਜਿਨ੍ਹਾਂ ਦੀ ਆਪਾਂ ਸਾਂਝ ਪਾਈ ਆ। ਸੋ ਇੱਕ ਕਿਤਾਬ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ, ਪ੍ਰਿੰਸੀਪਲ ਸਵਰਨ ਸਿੰਘ ਹੋਣਾ ਦੀ ਭਾਈ ਤਾਰੂ ਸਿੰਘ ਜੀ ਦੇ ਉੱਪਰ ਜਿਹੜੀ ਜੀਵਨੀ ਆ ਉਹ ਸਾਡੇ ਕੋਲ ਇੱਥੇ ਉਪਲਬਧ ਨਹੀਂ ਹੈਗੀ। ਉਹ ਭਾਈ ਤਾਰੂ ਸਿੰਘ ਜੀ ਦੇ ਉੱਪਰ ਬਹੁਤ ਸੋਹਣਾ ਸਰੋਤ ਆ, ਪ੍ਰਿੰਸੀਪਲ ਸਵਰਨ ਸਿੰਘ ਹੋਣਾ ਦੀ ਕਿਤਾਬ ਆ ਜੀ। ਹਾਂਜੀ ਗੁਰਤੇਜ ਸਿੰਘ ਜੀ। ਸੁਖਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਉਮੀਦ ਆ ਦਰਸ਼ਕਾਂ ਨੂੰ ਅੱਜ ਦੀ ਇਸ ਗੱਲਬਾਤ ਦੇ ਵਿੱਚੋਂ ਕਿਤਾਬਾਂ ਦੇ ਬਾਰੇ ਪੜ੍ਹਨ ਦੇ ਲਈ ਥੋੜ੍ਹਾ ਸ਼ੌਂਕ ਵੀ ਪੈਦਾ ਹੋਊਗਾ, ਚਾਅ ਵੀ ਪੈਦਾ ਹੋਊਗਾ ਅਤੇ ਜਾਣਕਾਰੀ ਵੀ ਮਿਲੀ ਹੋਊਗੀ ਕਿ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ ਜਿਹੜੀਆਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਬਾਰੇ ਉਹ ਪੜ੍ਹ ਸਕਦੇ ਨੇ। ਦਰਸ਼ਕੋ, ਇੱਕ ਵਾਰ ਫਿਰ ਤੁਹਾਨੂੰ ਅਸੀਂ ਬੇਨਤੀ ਹੀ ਕਰਦੇ ਹਾਂ ਕਿ 18ਵੀਂ ਸਦੀ ਦਾ ਇਤਿਹਾਸ ਹਰ ਇੱਕ ਸਿੱਖ ਨੌਜਵਾਨ ਵੀਰ ਭੈਣ ਨੂੰ ਪੜ੍ਹਨਾ ਚਾਹੀਦਾ ਹੈ। ਗੁਰ ਇਤਿਹਾਸ ਅਸੀਂ ਸੁਤੇ ਸਿੱਧ ਸਿੱਖ ਲੈਂਦੇ ਹਾਂ। ਪਿੰਡਾਂ ਦੇ ਵਿੱਚ ਜਦੋਂ ਸਾਡਾ ਜਿਹੜਾ ਅਸੀਂ ਜੀਵਨ ਬਿਤਾਉਂਦੇ ਹਾਂ ਉਹ ਸਾਡੇ ਮਾਪਿਆਂ ਦੇ ਜ਼ੁਬਾਨਾਂ ਦੇ ਉੱਤੇ, ਸਾਡੇ ਸਮਾਜ ਦੇ ਵਿੱਚ ਇੰਨਾ ਸੁਤੇ ਸਿੱਧ ਅਸੀਂ ਗ੍ਰਹਿਣ ਕਰ ਲੈਂਦੇ ਹਾਂ ਕਿ ਜਿੰਨਾ 18ਵੀਂ ਸਦੀ ਦਾ ਇਤਿਹਾਸ ਅਸੀਂ ਨਹੀਂ ਕਰਦੇ। 18ਵੀਂ ਸਦੀ ਦੇ ਇਤਿਹਾਸ ਦੇ ਕੁਝ ਪਾਤਰ ਨੇ, ਕੁਝ ਕਰੈਕਟਰ ਨੇ, ਕੁਝ ਯੋਧੇ ਨੇ ਜਿਨ੍ਹਾਂ ਬਾਰੇ ਅਸੀਂ ਜਾਣ ਲੈਂਦੇ ਹਾਂ। ਬਾਬਾ ਦੀਪ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਜਾਂ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ। ਪਰ ਸਾਨੂੰ ਕਲੈਕਟਿਵ ਰੂਪ ਦੇ ਵਿੱਚ ਨਿੱਠ ਕੇ ਜ਼ਰੂਰ 18ਵੀਂ ਸਦੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਰਿਗਰੈਟ ਨਹੀਂ ਕਰੋਗੇ ਕਿ 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਤੁਸੀਂ ਆਪਣਾ ਸਮਾਂ ਖਰਾਬ ਕੀਤਾ। ਇਹ ਨਹੀਂ ਕਹੋਗੇ, ਤੁਸੀਂ ਸਮਾਂ ਆਪਣਾ ਜਿਹੜਾ ਉਹ ਲਾਭ ਵੀ ਉਠਾਓਗੇ ਜਿਹੜਾ ਵੀ ਤੁਸੀਂ ਸਮਾਂ 18ਵੀਂ ਸਦੀ ਦੇ ਇਤਿਹਾਸ ਤੇ ਪੜ੍ਹਨ ਤੇ ਲਾਓਗੇ। ਇਹ ਤੁਹਾਡਾ ਜਿਹੜਾ ਨਜ਼ਰੀਆ ਗਾ ਸਾਰੀ ਦੁਨੀਆ ਨੂੰ ਸਮਝਣ ਦਾ, ਜਾਂ ਸਾਰੀ ਜਿਹੜੀ ਪੋਲੀਟੀਕਲ ਰਾਜਨੀਤੀ ਆ ਜਿਹੜੀ, ਜਾਂ ਜਿਹੜੇ ਇਤਿਹਾਸ ਦੇ ਵਿੱਚ ਜੰਗਾਂ ਨੇ, ਜਾਂ ਜਿਹੜਾ ਖਾਲਸੇ ਦਾ ਕਰੈਕਟਰ ਆ ਉਸ ਨੂੰ ਸਮਝਣ ਦੇ ਵਿੱਚ ਤੁਹਾਡੀ ਬਹੁਤ ਮਦਦ ਕਰੂਗਾ। ਤੁਹਾਡਾ ਇੱਕ ਨਜ਼ਰੀਆ ਬਦਲ ਜੂ ਘਟਨਾਵਾਂ ਨੂੰ ਸਮਝਣ ਦਾ। ਸੋ ਤੁਸੀਂ ਜ਼ਰੂਰ ਪੜ੍ਹਿਓ 18ਵੀਂ ਸਦੀ ਦਾ ਇਤਿਹਾਸ। ਅਸੀਂ ਉਹਦੇ ਵਿੱਚੋਂ ਕੁਝ ਸਾਂਝ ਪਾਈ ਆ, ਹੋਰ ਵੀ ਭਵਿੱਖ ਦੇ ਵਿੱਚ ਕਿਤਾਬਾਂ ਵਿੱਚ ਐਡ ਹੁੰਦੀਆਂ ਰਹਿਣਗੀਆਂ। ਆਪਣਾ ਤੁਸੀਂ ਫੀਡਬੈਕ ਦੇਣਾ ਨਾ ਭੁੱਲਣਾ ਕਮੈਂਟ ਬਾਕਸ ਦੇ ਵਿੱਚ ਕਿ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਸੁਖਜੀਤ ਸਿੰਘ ਜੀ, ਅਖੀਰ ਤੇ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਫਿਰ ਉਸ ਤੋਂ ਬਾਅਦ ਆਪਾਂ ਛੁੱਟੀਆਂ ਲੈਂਦੇ ਹਾਂ। ਹਾਂਜੀ ਗੁਰਤੇਜ ਸਿੰਘ ਜੀ, 18ਵੀਂ ਸਦੀ ਦੇ ਇਤਿਹਾਸ ਬਾਰੇ ਆਪਾਂ ਲਗਭਗ ਸਾਰੀਆਂ ਕਿਤਾਬਾਂ ਜਿਹੜੀਆਂ ਆਪਣੇ ਕੋਲ ਉਪਲਬਧ ਸੀਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਦੇਤੀ ਆ। ਤੇ ਇੱਕ ਮੋਟੀ ਜੀ ਜੇ ਪੰਛੀ ਝਾਤ ਆਪਾਂ 18ਵੀਂ ਸਦੀ ਤੇ ਮਾਰਦੇ ਆ, ਉਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਉਂਦੀ ਆ ਕਿ ਅੱਜ ਜੋ ਆਪਣੇ ਹਾਲਾਤ ਨੇ ਉਹਨਾਂ ਦੀਆਂ ਲਗਭਗ ਸਾਰੀਆਂ ਹੀ ਮੁਸ਼ਕਲਾਂ ਦਾ ਜਿਹੜਾ ਹੱਲ ਆ ਉਹ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਪਿਆ ਆ। ਉਹ ਗੁਰਬਾਣੀ ਦੇ ਵਿੱਚ ਤੇ ਹੈ ਹੀ ਹੈ, ਪਰ ਉਹ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਵੀ ਸਾਨੂੰ ਮਿਲ ਜਾਂਦਾ ਆ। ਕਿਵੇਂ ਸਿੱਖਾਂ ਨੇ ਜਿਹੜੀਆਂ ਪਰੰਪਰਾਵਾਂ ਸੀ ਸਾਡੀਆਂ ਉਹਨਾਂ ਨੂੰ ਜੀਂਦੇ ਰੱਖਿਆ ਤੇ ਕਿਵੇਂ ਇੱਕ ਸਥਾਪਨਾ ਦੀ ਜੰਗ ਲੜੀ ਆ। ਸੋ ਇਹ ਜ਼ਰੂਰ ਸਾਨੂੰ ਤਾਂ ਇਹ ਵੀ ਇੱਕ ਅਹਿਮ ਪੱਖ ਆ 18ਵੀਂ ਸਦੀ ਦਾ ਕਿ ਸਾਨੂੰ ਇਹ ਇਤਿਹਾਸ ਕਿਉਂ ਪੜ੍ਹਨਾ ਚਾਹੀਦਾ ਆ। ਜੀ ਹਾਂਜੀ ਗੁਰਤੇਜ ਸਿੰਘ ਜੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਜੀਤ ਸਿੰਘ ਜੀ ਅੱਜ ਦੀ ਇਸ ਗੱਲਬਾਤ ਦੇ ਲਈ। ਮਿਲਦੇ ਹਾਂ ਜੀ ਆਪਾਂ ਫਿਰ ਦਰਸ਼ਕਾਂ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ, ਨਵੀਂ ਗੱਲਬਾਤ ਲੈ ਕੇ। ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।